ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਸ੍ਰੀ ਰਾਗ ਮਹਿਲਾ ਪਹਿਲਾ ਘਰ ਤੀਜਾ। ਅਮਲ ਕਰ ਧਰਤੀ ਬੀਜ ਸ਼ਬਦੋ ਕਰ। ਸੱਚ ਕੀ ਆਪ ਨਿਤ ਦੇਹ ਪਾਣੀ। ਹੋਏ ਕਿਰਸਾਨ ਈਮਾਨ ਜਮਾਇ ਲੈ। ਪਿਸਤ ਦੋਜਕ ਮੂੜੇ ਏਮ ਜਾੜ। ਮਤ ਜਾਣੋ ਸਹਿਗਲੀ ਪਾਇਆ। ਮਾਨ ਕੈ ਮਾਣੈ ਰੂਪ ਕੀ ਸ਼ੋਭਾ। ਇਤ ਬਿਧੀ ਜਨਮ ਗਵਾਇਆ। ਮਤ ਜਾਣੋ ਸਹਿਗਲੀ ਪਾਇਆ। ਮਾਲ ਕੈ ਮਾਣੈ ਰੂਪ ਕੀ ਸ਼ੋਭਾ। ਇਤ ਬਿਧੀ ਜਨਮ ਗਵਾਇਆ। ਰਹਾਉ ਐਬ ਤਨ ਚੀਕੜੋ ਇਹ ਮਨ ਮੀਂਡ ਕੋ। ਕਮਲ ਕੀ ਸਾਰੂ ਨਹੀਂ ਮੂਲ ਪਾਈ। ਭੌਰ ਉਸਤਾਦ ਨਿਤ ਭਾਖਿਆ ਭੁਲੇ। ਕਿਉ ਬੁਝੈ ਜਹਾਂ ਨਾ ਬੁਝਾਇ। ਆਖਣ ਸੁਨ ਨਾ ਪਾਉਣ ਕੀ ਬਾਣੀ। ਇਹ ਮਨ ਰਤਾ ਮਾਇਆ। ਖਸਮ ਕੀ ਨਦਰ ਦਿਲ ਹੈ ਪਸੇ। ਜਿਨੀ ਕਰ ਏਕ ਧਿਆਇਆ। ਤੀਹੀ ਕਰ ਰਖੇ ਪੰਚ ਕਰ ਸਾਥੀ। ਨੌ ਸ਼ੈਤਾਨ ਮਤ ਕਟ ਜਾਏ। ਨਾਨਕ ਆਖੈ ਰਾਹ ਪੈ ਚਲਣਾ। ਮਾਲ ਧਨ ਕਿਤ ਕੋ ਸੰਜਿਆ। ਆਖਣ ਸੁਨ ਨਾ ਪਾਉਣ ਕੀ ਬਾਣੀ। ਇਹ ਮਨ ਰਤਾ ਮਾਇਆ। ਖਸਮ ਕੀ ਨਦਰ ਦਿਲ ਹੈ ਪਸੰਦੇ। ਜਿਨੀ ਕਰ ਏਕ ਧਿਆਇਆ। ਤੀਹੀ ਕਰ ਰਖੇ ਪੰਚ ਕਰ ਸਾਥੀ। ਨੌ ਸ਼ੈਤਾਨ ਮਤ ਕਟ ਜਾਇ। ਨਾਨਕ ਆਖੈ ਰਾਹ ਪੈ ਚਲਣਾ। ਮਾਲ ਧਨ ਕਿਤ ਕੋ ਸੰਜਿਆ।
ਸਨਮਾਨਯੋਗ ਸਾਹਿਬਾਂ ਦੀ ਪਾਵਨ ਗੋਦ ਦਾ ਆਨੰਦ ਮਾਣ ਰਹੇ ਸਤਿਕਾਰੇ ਵਡਭਾਗੇ ਸਤਸੰਗੀ ਜਨੋਂ, ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਨਾਲ ਅਸੀਂ ਸਾਰੇ ਹੀ ਸਤਿਗੁਰਾਂ ਦੀ ਮੁਬਾਰਕ ਗੋਦ ਦਾ ਆਨੰਦ ਮਾਣ ਰਹੇ ਹਾਂ। ਗੁਰੂ ਸਾਹਿਬ ਜੀ ਦੇ ਮਹਾਨ ਪਰਉਪਕਾਰ ਗੁਰਦੇਵ ਪਾਤਸ਼ਾਹ ਦੀ ਸਾਡੇ ਸਾਰਿਆਂ ਤੇ ਇਹ ਬਖਸ਼ਿਸ਼, ਉਪਦੇਸ਼, ਗਿਆਨ, ਗੁਣ, ਸਿਧਾਂਤ ਜੋ ਮਾਲਕ ਨੇ ਸਾਡੀ ਝੋਲੀ ਵਿੱਚ ਪਾਇਆ ਹੈ, ਇਸ ਨੂੰ ਅਸੀਂ ਸਾਰੇ ਹੀ ਆਪਣੇ ਮਤ ਰੂਪ, ਆਪਣੀ ਹਿਰਦੇ ਰੂਪ ਝੋਲੀ ਦੇ ਵਿੱਚ ਸੰਭਾਲਣ ਦਾ ਯਤਨ ਕਰ ਰਹੇ ਹਾਂ। ਜਿੱਥੇ ਆਪ ਜੀ ਨੇ ਸਤਿਕਾਰਯੋਗ ਕੀਰਤਨੀ ਜਥੇ ਪਾਸੋਂ ਬੜੇ ਪਿਆਰ ਅਦਬ ਵਿੱਚ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ, ਉਮੀਦ ਆ ਸਤਿਗੁਰ ਦੀ ਗੋਦ ਵਿੱਚ ਜਿਤਨੇ ਵੀ ਬੈਠੇ ਹਾਂ ਇਸੇ ਟਿਕਾਓ ਦੇ ਨਾਲ ਮਨ ਦੀ ਇਕਾਗਰਤਾ ਲੈ ਕੇ ਗੁਰੂ ਪਾਤਸ਼ਾਹ ਦੇ ਮੁਬਾਰਕ ਉਪਦੇਸ਼ ਜੋ ਆਪ ਜੀ ਨੇ ਪਾਠ ਰੂਪ ਵਿੱਚ ਸਰਵਣ ਕੀਤੇ ਹਨ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਜੋ ਸ਼੍ਰੀ ਰਾਗ ਵਿੱਚ ਗੁਰੂ ਸਾਹਿਬ ਨੇ ਉਚਾਰਨ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 24 ਅੰਕ ਉੱਪਰ ਸੁਭਾਇਮਾਨ ਹੈ। ਸ਼ਬਦ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਸਮੂਹ ਸੰਗਤ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਾਵਨ ਮੁਬਾਰਕ ਬਾਣੀ ਰਾਹੀਂ ਸਾਨੂੰ ਸਾਰਿਆਂ ਨੂੰ ਹੀ ਇੱਕ ਬਹੁਤ ਪਿਆਰਾ ਸੁਨੇਹਾ ਦਿੱਤਾ ਹੈ। ਇੱਕ ਉਹ ਸੰਸਾਰ ਦੇ ਲੋਕ ਹਨ ਜਿਨ੍ਹਾਂ ਨੂੰ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ ਹੈਗਾ, ਜਿਨ੍ਹਾਂ ਨੂੰ ਆਪਣੀ ਖੁਦਗਰਜੀ, ਆਪਣਾ ਸਵਾਰਥ, ਆਪਣੇ ਜੀਵਨ ਦੀਆਂ ਲੋੜਾਂ ਕਿਵੇਂ ਇਕੱਤਰ ਕਰਨੀਆਂ ਨੇ, ਕਿਵੇਂ ਜੀਵਨ ਨਿਭਾਉਣਾ ਹੈ। ਇੱਕ ਉਹ ਵਰਗ ਹੈ ਸਮਾਜ ਦੇ ਵਿੱਚ ਜਿਹੜਾ ਆਪਣੇ ਆਪੇ ਵਿੱਚ ਗਵਾਚ ਗਿਆ ਹੈ, ਪਰ ਇੱਕ ਉਹ ਵਰਗ ਵੀ ਨਜ਼ਰ ਆਉਂਦਾ ਹੈ ਜਿਹੜਾ ਧਰਮ ਵਾਲੇ ਬੰਨੇ ਕਦਮ ਚੁੱਕਦਾ ਹੈ, ਧਰਮ ਕਮਾਉਣ ਦਾ ਯਤਨ ਕਰਦਾ ਹੈ, ਜਿਹੜਾ ਆਪਣੇ ਜੀਵਨ ਨੂੰ ਸਵਾਰਨ ਦਾ ਕੋਈ ਉਪਰਾਲਾ ਕਰਦਾ ਹੈ। ਗੁਰੂ ਸਾਹਿਬ ਨੇ ਦੋਨਾਂ ਵਰਗਾਂ ਨੂੰ ਬੜੇ ਗੌਰ ਨਾਲ ਦੇਖਿਆ ਹੈ। ਇੱਕ ਉਹ ਹੈ ਜਿਹੜਾ ਆਪਣੇ ਸਵਾਰਥ ਵਾਸਤੇ ਹੀ ਆਪਣੇ ਜੀਵਨ ਨੂੰ ਨਿਸ਼ਾਵਰ ਕਰੀ ਬੈਠਾ ਸੀ। ਗੁਰੂ ਨੇ ਉਹਨੂੰ ਵੀ ਉਪਦੇਸ਼ ਦਿੱਤੇ ਨੇ ਬਾਣੀ ਵਿੱਚ, ਉਹਨੂੰ ਹਲੂਣਾ ਦਿੱਤਾ ਹੈ, ਝੰਜੋੜਿਆ ਹੈ, ਉਹਦਾ ਜੀਵਨ ਦਾ ਏਮ ਦੱਸਿਆ ਹੈ, ਉਹਦੇ ਇਸ ਸੰਸਾਰ ਦੇ ਆਉਣ ਦਾ ਕਾਰਨ ਦੱਸਿਆ ਹੈ, ਉਹਨੂੰ ਕੀ ਕਰਨਾ ਚਾਹੀਦਾ ਹੈ, ਕੀ ਨਹੀਂ ਕਰਨਾ ਚਾਹੀਦਾ, ਕੀ ਖਟਣਾ ਚਾਹੀਦਾ ਹੈ, ਕਿਸ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਗੁਰਦੇਵ ਨੇ ਉਸ ਨੂੰ ਵੀ ਬੜੇ ਪਿਆਰ ਨਾਲ, ਸੁਰਹਿਦ ਤਰੀਕੇ ਨਾਲ ਬੈਠ ਕੇ ਸਮਝਾਇਆ ਹੈ। ਪਰ ਗੁਰੂ ਸਾਹਿਬ ਜੀ ਨੇ ਉਹ ਵਰਗ ਜਿਹੜਾ ਸਮਾਜ ਦਾ ਕੇਵਲ ਇਹ ਦਾਅਵਾ ਕਰਦਾ ਹੈ ਕਿ ਮੈਂ ਧਰਮੀ ਹਾਂ, ਮੈਂ ਧਰਮ ਕਮਾਉਣਾ ਹਾਂ, ਮੈਂ ਧਰਮ ਵਾਲੇ ਰਾਹਾਂ ਤੇ ਤੁਰਿਆ, ਮੈਂ ਸੇਵਾਦਾਰ ਹਾਂ, ਮੈਂ ਨਿਤਨੇਮੀ ਹਾਂ, ਮੈਂ ਜਥੇਦਾਰ ਹਾਂ, ਮੈਂ ਸਿੱਖ ਹਾਂ, ਮੈਂ ਲੀਡਰ ਹਾਂ, ਮੈਂ ਜੋ ਕੁਝ ਵੀ ਹਾਂ, ਉਹ ਇੱਕ ਦਾਅਵਾ ਬੰਨੀ ਫਿਰਦਾ ਹੈ। ਗੁਰੂ ਸਾਹਿਬ ਨੇ ਬਖਸ਼ਿਆ ਉਹਨੂੰ ਵੀ ਨਹੀਂ ਹੈਗਾ। ਉਹਨੂੰ ਵੀ ਧਿਆਨ ਵਿੱਚ ਰੱਖ ਕੇ ਮੁਬਾਰਕ ਬਾਣੀ ਵਿੱਚ ਬਹੁਤਾਤ ਉਪਦੇਸ਼ ਉਸੇ ਨੂੰ ਦੇ ਦਿੱਤਾ ਹੈ। ਹੈਰਾਨਗੀ ਹੁੰਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਪੜ੍ਹੀ ਦੀ ਹੈ ਨਾ, ਖਾਸ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ, ਗੁਰੂ ਨਾਨਕ ਸਾਹਿਬ ਦਾ ਇਤਿਹਾਸ, ਗੁਰੂ ਨਾਨਕ ਸਾਹਿਬ ਦੇ ਪ੍ਰਚਾਰ ਦੌਰੇ, ਇਹ ਬੜੀ ਕਮਾਲ ਦੀ ਆਪਣੇ ਆਪ ਦੇ ਵਿੱਚ ਇੱਕ ਤਸਵੀਰ ਸਿਰਜੀ ਜਾਂਦੀ ਹੈ ਕਿ ਸਤਿਗੁਰੂ ਜੀ ਨੇ ਬਹੁਤਾਤ ਸਮਾਂ ਜਿਹੜਾ ਹੈ ਨਾ, ਜਾਂ ਬਹੁਤਾਤ ਉਪਦੇਸ਼, ਬਾਣੀ, ਵਿਚਾਰ ਉਹਨਾਂ ਦੇ ਨਾਲ ਸਤਿਗੁਰੂ ਨੇ ਸਾਂਝਾ ਕੀਤਾ ਹੈ। ਉਹਨਾਂ ਨਾਲ ਬੈਠ ਕੇ ਵਿਚਾਰਿਆ ਹੈ, ਉਹਨਾਂ ਨੂੰ ਜਾ ਕੇ ਗੱਲ ਸਮਝਾਈ ਹੈ ਜਿਹੜੇ ਬਹੁਤੇ ਧਰਮ ਵਾਲੇ ਰਾਹਾਂ ਤੇ ਤੁਰੇ ਹੋਏ ਸਨ। ਹੁਣ ਆਪਣੇ ਆਪ ਦੇ ਵਿੱਚ ਹੈਰਾਨਗੀ ਦੀ ਗੱਲ ਹੈ, ਜਿਹੜਾ ਪਹਿਲਾਂ ਧਰਮ ਦੇ ਰਾਹਾਂ ਤੇ ਤੁਰਿਆ ਉਹਨੂੰ ਜਾ ਕੇ ਸਮਝਾਉਣ ਦੀ ਲੋੜ ਕੀ ਪੈ ਗਈ ਹੈ। ਸਮਝਾਉਣਾ ਤੇ ਉਹਨੂੰ ਚਾਹੀਦਾ ਜਿਹਨੂੰ ਪਤਾ ਹੀ ਨਹੀਂ ਰੱਬ ਕੀ ਹੈ, ਜਿਹਨੂੰ ਪਤਾ ਹੀ ਨਹੀਂ ਧਰਮ ਹੁੰਦੀ ਕੀ ਚੀਜ਼ ਹੈ। ਚਾਹੀਦਾ ਤੇ ਉਹਨੂੰ ਸਮਝਾਉਣਾ ਹੈ ਨਾ, ਪਰ ਸਮਝਾਇਆ ਉਸੇ ਨੂੰ ਵਾਰ-ਵਾਰ ਜਾ ਰਿਹਾ ਹੈ। ਹੁਣ ਜੋਗੀ ਵੀ ਆਪਣੇ ਆਪ ਦੇ ਵਿੱਚ ਧਰਮੀ ਅਖਵਾਉਂਦੇ ਨੇ, ਸਿੱਧ ਵੀ ਧਰਮ ਹੁੰਦਾ ਦਾਵਾ ਕਰਦੇ ਨੇ। ਜਿਹੜਾ ਬ੍ਰਾਹਮਣ ਹੈ, ਪੰਡਤ ਹੈ, ਆਰਤੀਆਂ ਕਰ ਰਿਹਾ ਹੈ,
सूरज वाल बन्ने पानी सदियां तो दई जा रहा है। जिहड़ा काजी है, मौलाना है, जिहड़ा हज करके दूर दुराडे रब नूं भालदा है, सतगुरु जी ने इन्हां नूं ही जाके गल पल्ले पाई है, क्योंकि ये राह दर्शक ने, ये राह मार्ग बनते हैं, संसार नूं धर्म का राह सिखाउंदे ने। ते गुरु पातशाह ने गौर किया, इस गल ते ख्याल किया, गंभीर हुए ने कि जिहड़ा अपने आप नूं वैद होने का दावा करदा है, असल रोगी वो है जिहड़ा इलाज का हुक्म आ रहा है कि मेरे को हर परेशानी का हल है। तुहानूं घरां दीयां परेशानियां ने, तुहानूं कारोबार दे विच प्रॉब्लम आउंदियां ने, तुहाडे समाज च विचरण लग्या, रिश्तेदारियां निभाउण लग्या किते दुख तकलीफ आउंदी होवे ते वो होका इस गल दा मारदे ने साडे कोल सारियां परेशानियां दा हल हैगा। पर गुरुदेव ने वेख्या असल विच तां एक लोटू समाज बन चुका है, एक धर्मी समाज नहीं हैगा। समय दे लोकां ने एक भुलेखा खा लिया कि ये लोग धर्मी ने, सारा धर्म ही इन्हां दे कोल है, रब ते इन्हां ने अपने बोझे विच पा के रखिया होया है। ये जिहड़ा फरमान करते ने, जो कुछ बोलते ने, जो दसदे ने, ये हूबहू अकाल पुरख दे बोल ने। ये संसार दा भुलेखा है, ये लोकां दा विश्वास दा घण कीता जा रहा सी। सतगुरु पातशाह जी ने उन्हां नूं प्यार नाल बैठ के गल समझाई है, प्यार नाल, बड़े सोहणे ढंग दे नाल सतगुरु जी उन्हां नाल वार्तालाप करते हैं, साझ करते हैं, ताकि समाज दा हल किया जाए। इस परेशानी नूं जेकर ठीक तरीके नाल ठीक करना है, हल करना है, तो इको एक ढंग है, इन्हां दा इलाज होना चाहिए। पहला इन्हां नूं ठीक करना बनता है। सतगुरु जी ने उन्हां नूं सामने रख के विचारा बाणी च कीतियां ने। आप पढ़ो गुरु साहब जी दे उपदेश, गुरु पातशाह ने उस वक्त शब्द नहीं वरते, ज्ञान विहूणा गावे गीत। जिहड़ा रब्बी गीत गा रहा है ज्ञान तो भी हुणा गा रहा है, उन्होंने पता ही नहीं मैं गा की रहा हूं, उसनों पता नहीं जो मैं गा रहा हूं तो मायना भी की है। ज्ञान विहूणा गावे गीत, भुखे मुन्ना घरे मसीत। जिहड़ा तृष्णा दे करके भुख पूरी करना चाहता है वह मसीत बना के बह गए। वह कहता मैं मसीत का लंबरदार हाँ, मैं इस पीर नूं मना सकदा वां। भुखे मुल्ला घरे मसीत। पातशाह अगे तुर के कहते ने होर देखो, जिहड़े लोग अपने आप नूं फकर रखवाउंदे ने, फकीर रखवाउंदे ने, वो संसार दे आम गृहस्थी लोगों को मंग के गुजारा कर रहे हैं। अपने आप नूं गुरु भी रखवाउंदे ने पर मंग के अपना पेट पाल रहे हैं। गुर पीर सदाए मंगण जाए। दावा इस गल का कि असीं गुरु हाँ, असीं पीर हाँ, साडा बोलिया सच है, पर मंगण जाए, मंगण जाते हैं। ते गुरु पातशाह का फैसला पता की होंदा है, ताके भूल ना लगिए पाए। आ हुक्म है हुण बाणी विच। उन्हां दे कदी मूल रूप विच भी, मुੱਢ तौर ते भी पैरी ना किते पै जाए। वो भले इन्हां नूं घर ना बढ़न दिओ जे। ये लोग असल मायने विच बर्बादी का कारण बन रहे हैं। ये बोझ ने समाज ते। कीर्ति लोग दिन रात किरत करते हैं, परिवार चलाउण वास्ते, अपने बच्चों को पालण वास्ते दिन रात ही मेहनत करते हैं। ये वेलड़ समाज ते बोझ बन के खा रहे हैं। ये तुहानूं लुट रहे हैं। ये जगाया सी गुरु नानक सच्चे पातशाह ने। की गुरु नानक साहब पातशाह निंदा कर रहे हैं कि गुरु साहब ना वेलड़ा समाज विच पातशाह जी का पर्दा उघेड़ के उन्होंने कीर्तियां नूं सुचेत करके कि इन्हां लोगों की निंदा कर रहे हैं? नहीं, ये समय का सच है। उस वेले किसी ने नहीं संभालिया। ये जिम्मेवारी तो लोग कन्नी कतरा गए। हो सकता है कईयों को पता होएगा पर कोई ना दौड़िया। गुरु साहब तो पहला 15 भगत साहबान इस धरती ते सूरमे वरियाम योधे आए सन, जिन्हां ने इन्हां लोगों के पाप एक एक करके उगेड़े है, इन्हां दी निशानियां दस दस के उगेड़े है कि ये निंदा कर गए ने उस समय। आज सानू ते बार बार यही गल आखी जा रही है ना कि देखो जी संतां महापुरखों की निंदा की जा रही है। जेड़े धर्म समाज को पढ़ा रहे ने ब्रह्म ज्ञानी महापुरखों की निंदा हो रही है।
ਤੇ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਭਗਤ ਕਬੀਰ ਜੀ ਨੂੰ ਕੀ ਕਹੋਗੇ? ਪੁੱਛੋ ਭਗਤ ਕਬੀਰ ਨੂੰ ਇਹਨਾਂ ਬਾਰੇ। ਉਸ ਸਮੇਂ ਵਿੱਚ ਜਿਹੜਾ ਲੋਟੂ ਸਮਾਜ ਉਹਨਾਂ ਬਾਰੇ ਬਾਬਾ ਕਬੀਰ ਤੋਂ ਪੁੱਛੋ, ਜਿਹੜੇ ਖੁੱਲ ਕੇ ਗੱਲ ਸਾਨੂੰ ਸਮਝਾ ਰਹੇ ਨੇ, ਪਹਿਚਾਣ ਦੱਸ ਰਹੇ ਨੇ, ਉਹਨਾਂ ਦੀ ਪਹਿਚਾਣ ਦੱਸ ਰਹੇ ਨੇ, ਲਿਬਾਸ ਦੱਸਿਆ, ਨਿਸ਼ਾਨੀਆਂ ਦਸੀਆਂ ਨੇ। ਪੜਿਓ ਕਿਤੇ ਗੁੰਮਰਾਹ ਨਾ ਹੋ ਜਾਇਓ। ਉਸ ਸਮੇਂ ਦਾ ਲਿਬਾਸ ਕੀ ਹੈ? ਗੱਜ ਸਾਡੇ ਤਹਿ ਧੋਤੀਆਂ, ਤੇਰੇ ਪਾਇਨ ਤੱਗ, ਗਲੀ ਜਿਨਾ ਜਪਮਾਲੀਆਂ, ਜਪਮਾਲੀਆਂ ਦਰਤ ਮਾਲਾ, ਗਲੀ ਜਿਨਾ ਜਪਮਾਲੀਆਂ, ਲੋਟੇ ਹੱਥ ਨਿਭਾਗ। ਭਗਤ ਕਬੀਰ ਜੀ ਜਿਨ੍ਹਾਂ ਦੀ ਨਿਸ਼ਾਨੀ ਦਸੀ ਹੈ, ਦੱਸ ਤਾਂ ਦੋ ਕੀ ਹੈ, ਕੌਣ ਨੇ? ਸਾਨੂੰ ਤੇ ਲੱਗਦਾ ਬੜੇ ਪੂਜੇ ਹੋਏ ਨੇ, ਪਹੁੰਚੇ ਹੋਏ ਲੋਕ ਨੇ, ਇਦਾਂ ਲੱਗਦਾ ਤਿਆਗੀ ਲੋਕ ਨੇ, ਆਪਣਾ ਘਰ-ਬਾਰ ਪਰਿਵਾਰ ਤਿਆਗ ਕੇ ਸਮਾਜ ਨੂੰ ਰਾਏ ਪਾਉਣ ਵਾਲੇ ਲੋਕ ਹੋਣਗੇ। ਇਹਨਾਂ ਬਾਰੇ ਚਾਨਣਾ ਤਾਂ ਪਾਓ, ਇਹ ਨਿਸ਼ਾਨੀ ਹੈ ਕਿਹਦੀ ਹੈ? ਅਗਲੀਆਂ ਪੰਕਤੀਆਂ ਆਪ ਪੜ੍ਹ ਲਓ। ਇਹ ਕੌਣ ਨੇ ਜੀ? ਇਹ ਹਰ ਕੇ ਸੰਤ ਨਾਇਆ ਕੀ ਹੈ। ਇਹ ਰੱਬ ਦੇ ਸੰਤ ਨਾ ਸਮਝਿਓ, ਇਹ ਰੱਬ ਦੇ ਭਗਤ ਜਨਾਂ, ਕਿਤੇ ਭੁਲੇਖੇ ਚ ਪੈ ਕੇ ਇਹਨਾਂ ਨੂੰ ਮੰਨ ਲਿਓ। ਇਹ ਹਰ ਕੇ ਸੰਤ ਨਾਇਆ ਕੀ ਹੈ। ਕੌਣ ਨੇ ਜੀ? ਫਿਰ ਬਨਾਰਸ ਕੇ ਠੱਗ। ਤੁਸੀਂ ਵੇਖੋ ਸਮਾਜ ਵਿੱਚ ਨਾ ਇੱਕ ਚੋਰ ਤੇ ਇੱਕ ਡਾਕੂ ਕਿਸਮ ਦਾ ਬੰਦਾ ਹੁੰਦਾ ਹੈ। ਚੋਰ ਜਿਹੜਾ ਨਾ ਉਹ ਮੌਕਾ ਭਾਲਦਾ ਹੈ, ਰਿਸਕ ਲੈਂਦਾ ਹੈ। ਲੋਕ ਘਰ 'ਚ ਸੁੱਤੇ ਨਹੀਂ ਨਾ ਜਦੋਂ ਤੱਕ, ਉਦੋਂ ਤੱਕ ਉਹਨੂੰ ਜਾਗਣਾ ਪੈਂਦਾ ਹੈ। ਉਹ ਵੇਖਦਾ ਘਰ ਦੇ ਸੌਂ ਗਏ ਨੇ, ਲਾਈਟਾਂ ਬੰਦ ਹੋ ਗਈਆਂ ਨੇ, ਕੋਈ ਆਲੇ ਦੁਆਲੇ ਚਾਨਣ ਤਾਂ ਨਹੀਂ। ਜੇ ਗਲੀ ਵਿੱਚ ਬਲਬ ਲੱਗਾ, ਉਹਨੂੰ ਤੋੜਨ ਦੀ ਕੋਸ਼ਿਸ਼ ਕਰਦਾ, ਉਹਨੂੰ ਹਨੇਰਾ ਚਾਹੀਦਾ, ਹਨੇਰੇ ਦਾ ਉਹਨੇ ਫਾਇਦਾ ਚੁੱਕਣਾ ਹੈ। ਸਾਰੇ ਸੌਂ ਜਾਣ, ਘਰ ਦਾ ਕੁੱਤਾ ਵੀ ਪਾਲਿਆ ਹੋਵੇ ਨਾ ਵਫਾਦਾਰ, ਉਹ ਵੀ ਸੌਣਾ ਚਾਹੀਦਾ ਹੈ, ਕੁੱਕਰ ਵੀ ਸੌਂ ਗਿਆ। ਤੇ ਫਿਰ ਉਹ ਚੋਰ ਜਿਹੜਾ ਨਾ, ਉਹ ਤੁਸੀਂ ਵੇਖੋ ਸੰਨ ਲਾ ਕੇ ਜਾਂ ਬੜੇ ਆਹਿਸਤਾ ਕਦਮਾਂ ਦੇ ਨਾਲ ਆਹਟ ਤੋਂ ਬਗੈਰ ਘਰ 'ਚ ਵੜਦਾ ਹੈ ਤੇ ਚੋਰੀ ਕਰਕੇ ਸਮਾਨ ਤੇ ਆਪਣੇ ਘਰ ਨੂੰ ਪਰਤਦਾ। ਇਹਨੂੰ ਚੋਰ ਕਿਹਾ ਜਾਂਦਾ ਹੈ। ਰਿਸਕ ਲਿਆ ਉਹਨੇ, ਇਸ ਕਿਸਮ ਦੇ ਬੰਦੇ ਨੇ ਰਿਸਕ ਲਿਆ ਹੈ। ਮਾੜਾ ਹੈ ਪਰ ਬੜਾ ਵੱਡਾ ਰਿਸਕ ਲਿਆ, ਬੜਾ ਦਲੇਰ ਨਿਕਲਿਆ ਕਿ ਜੇ ਫੜਿਆ ਗਿਆ ਤਾਂ ਮੈਨੂੰ ਤੇ ਸਜ਼ਾ ਮਿਲ ਸਕਦੀ ਹੈ, ਸਲਾਖਾਂ ਪਿੱਛੇ ਪੈਣਾ ਪਏਗਾ, ਮੈਨੂੰ ਚਾਰ ਦੀਵਾਰੀ 'ਚ ਘੁੱਟਣ ਵਿੱਚ ਰੱਖਿਆ ਜਾਏਗਾ। ਫਿਰ ਵੀ ਤੁਰਿਆ ਹੈ, ਮਾੜਾ ਸੀ ਪਰ ਰਿਸਕ ਲਿਆ ਉਹਨੇ, ਫੜਨ ਦੇ ਚਾਂਸ ਸਨ ਉਹਦੇ। ਇੱਕ ਕਿਸਮ ਹੈ ਡਾਕੂ ਦੀ। ਡਾਕੂ ਚੋਰ ਵਾਂਗ ਨਹੀਂ ਆਉਂਦਾ, ਆਹਟ ਤੋਂ ਬਗੈਰ ਨਹੀਂ ਆਉਂਦਾ। ਉਹ ਘਰ ਬੰਦ ਹੋਵੇ ਤੇ ਬੂਹੇ ਨੂੰ ਤੋੜ ਭੰਨ ਕੇ ਘਰਦਿਆਂ ਨੂੰ ਜਗਾਉਂਦਾ ਹੈ, ਮੱਥੇ ਤੇ ਬੰਦੂਕ ਦੀ ਨਾਲੀ ਰੱਖ ਕੇ ਕਹਿੰਦਾ ਜਿੱਥੇ ਜਿੱਥੇ ਜੋ ਰੱਖਿਆ ਜੇ ਕੱਢੋ, ਉਹਨੂੰ ਅਸੀਂ ਡਾਕੂ ਕਹਿੰਦੇ ਆ। ਉਹ ਸੁੱਤਿਆਂ ਨੂੰ ਵੀ ਉਠਾਉਂਦਾ ਹੈ। ਰਿਸਕ ਉਹਨੇ ਵੀ ਲਿਆ ਬੜਾ ਵੱਡਾ। ਜੇ ਚਾਰ ਵਾੜੇ ਪੁਲਿਸ ਦਾ ਘੇਰਾ ਪੈ ਜਾਏ, ਉਹ ਵੀ ਸੂਲੀ ਟੰਗ ਸਕਦਾ ਹੈ, ਰਿਸਕ ਲਿਆ। ਪਰ ਇੱਕ ਤੀਜੀ ਕਿਸਮ ਦਾ ਬਾਬਾ ਕਬੀਰ ਨੇ ਸਾਡੇ ਸਾਹਮਣੇ ਰੱਖਿਆ ਹੈ, ਉਹ ਵੀ ਲੁੱਟੂ ਹੈ। ਉਹ ਨਾ ਚੋਰ ਹੈ, ਨਾ ਡਾਕੂ ਹੈ, ਨਾ ਉਹਨੂੰ ਕੋਈ ਡਰ ਹੈ। ਉਹ ਹੈ ਠੱਗ, ਉਹ ਹੈ ਠੱਗ। ਚੋਰ ਤੋਂ ਪਤਾ ਨਹੀਂ ਅਸੀਂ ਬਚ ਸਕੀਏ ਨਾ ਬਚ ਸਕੀਏ, ਮੌਕਾ ਭਾਲ ਕੇ ਪਰਸ ਕੱਢ ਲਵੇ। ਡਾਕੂ ਵੀ ਹੋ ਸਕਦਾ ਡਰਾ ਧਮਕਾ ਕੇ ਸਾਡੇ ਕੋਲੋਂ ਲੈ ਜਾਏ। ਪਰ ਜਿਹੜਾ ਠੱਗ ਹੈ ਨਾ, ਉਹਨੂੰ ਰਿਸਕ ਵੀ ਨਹੀਂ ਲੈਣਾ ਪਿਆ। ਉਹਨੇ ਲੰਮਾ ਸਾਰਾ ਚੋੜਾ ਸਵਾਲਿਆ, ਉਹਨੇ 4-5 ਮਾੜਾ ਖਰੀਦ ਲਈਆਂ, ਉਹਨੇ ਨਾਲ ਵਿਹਲੇ ਚੇਲੇ ਰੱਖ ਲਏ, ਕਾਰਾਂ ਪਾ ਰਹੀਆਂ ਤੇ ਬਕਾਇਦਾ ਹੁਣ ਪਰਸ ਕੱਢਣ ਦੀ ਲੋੜ ਨਹੀਂ, ਆਪ ਹੀ ਕੱਢ ਕੇ ਲੋਕ ਅੱਗੇ ਰੱਖਣ ਦੇ ਨੇ। ਹੁਣ ਲੋਕੀ ਜੇਵਰ ਲਾ ਕੇ ਨਾ ਗਹਿਣੇ ਅੱਗੇ ਰੱਖਦੇ ਨੇ। ਸਾਡਾ ਪਾਰ ਉਤਾਰਾ ਹੋ ਜਾਏਗਾ, ਮਹਾਂਪੁਰਖਾਂ ਦੇ ਦਰਸ਼ਨ ਹੀ ਸਾਡੇ ਲਈ ਬੜੇ ਵੱਡੀ ਗੱਲ ਹੈ। ਭਗਤ ਕਬੀਰ ਨੇ ਨਿਸ਼ਾਨੀ ਦਸੀ ਹੈ। ਹੁਣ ਨਿੰਦਾ ਨਹੀਂ ਹੈ ਕਿ ਮਾਫ ਕਰਿਓ, ਇਹ ਨਿੰਦਾ ਨਹੀਂ ਹੈ, ਇਹ ਵਿਰਲਿਆਂ ਦਾ ਕੰਮ ਹੈ ਜਾਗਰਤ ਕਰਨਾ। ਇਹ ਭਗਤ ਕਬੀਰ ਜੀ ਵਰਗਿਆਂ ਦੇ ਹਿੱਸੇ ਗੱਲ ਆਈ ਹੈ। ਇਹ ਭਗਤ ਰਵਿਦਾਸ ਸਾਹਿਬ ਦੇ, ਭਗਤ ਨਾਮਦੇਵ ਜੀ ਵਰਗਿਆਂ ਦੇ ਹਿੱਸੇ ਗੱਲ ਆਈ ਸੀ ਸਮਾਜ ਦੇ, ਜਿਨ੍ਹਾਂ ਨੇ ਸਮਾਜ ਨੂੰ ਲੁੱਟੇ ਜਾਂਦਿਆਂ ਨੂੰ ਬਚਾ ਲਿਆ ਤੇ ਆਖਿਆ ਮਤ ਸੋਚਿਓ ਇਹ ਕਿਤੇ ਸੰਤ ਲੋਕ ਨੇ, ਇਹ ਹਰ ਕੇ ਸੰਤ ਨਾ ਆਖੀਆਂ ਬਨਾਰਸ ਕੇ ਠੱਗ। ਇਹ ਤਾਂ ਬਨਾਰਸ ਇਲਾਕੇ ਵਿੱਚ ਠੱਗ ਪੈਦਾ ਹੋ ਰਹੇ ਨੇ। ਇਹ ਉਤੋਂ ਦੀ ਠੱਗਾਂ ਦੀ ਵਹੀਰ ਤੁਰੀ ਹੋਈ ਹੈ ਸਮਾਜ ਦੇ ਵਿੱਚ। ਇਹ ਨਿੰਦਾ ਨਹੀਂ ਜੇ ਹੈਗੀ। ਅਸੀਂ ਨਿੰਦਾ ਕਹਿ ਕੇ ਕਈ ਵਾਰੀ ਅਸੀਂ ਆਪ ਲੁੱਟੇ ਜਾਂਦੇ ਆ, ਬੜੀ ਖੁਸ਼ੀ ਮਨਾਉਂਦੇ ਆ ਲੁੱਟੇ ਜਾਣ ਤੋਂ, ਤੇ ਜਿਹੜੇ ਜਗਾਉਂਦੇ ਨੇ ਅਸੀਂ ਕਹਿੰਦੇ ਆ ਨਿੰਦਾ ਕਰ ਰਹੇ ਨੇ ਉਹਨਾਂ ਦੀ।
ਇਹ ਨਿੰਦਾ ਬੜਾ। ਗੁਰੂ ਪਾਤਸ਼ਾਹ ਜੀ ਦੀ ਬਾਣੀ ਤਾਂ ਪੜ੍ਹੀਏ, ਕਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਬੋਲ ਪੜ੍ਹਦੇ ਅਸੀਂ ਨਿੰਦਾ ਨਾ ਕਹਿੰਦੇ, ਕਿਉਂਕਿ ਅਸੀਂ ਸੁਣੀਆਂ ਹੀ ਧਾਰਨਾ ਨੇ। ਮਾਫ ਕਰਿਓ, ਸਾਨੂੰ ਸੁਣਾਈਆਂ ਹੀ ਧਾਰਨਾ ਗਈਆਂ ਨੇ। ਸਾਨੂੰ ਕੱਚੀਆਂ ਪਿੜੀਆਂ ਸਾਖੀਆਂ ਸੁਣਾ ਕੇ ਸਾਨੂੰ ਸਿੱਖੀ ਦਾ ਇੱਕ ਰੂਪ ਰੰਗ ਦਿਖਾਇਆ ਜਾ ਰਿਹਾ ਕਿ ਆਹ ਸਿੱਖੀ ਹੁੰਦੀ ਹੈ। ਆਪਣੇ ਵੱਡੇ ਵਡੇਰਿਆਂ ਦੀਆਂ ਬਰਸੀਆਂ ਮਨਾ ਲੈਣੀਆਂ, ਉਹਨਾਂ ਦੇ ਸੋਹੜੇ ਗਾ ਲੈਣੇ, ਆਪਣੇ ਡੇਰੇ ਦੀਆਂ ਮਹਾਨਤਾ ਕਾਇਮ ਕਰ ਲੈਣੀਆਂ। ਮਾਫ ਕਰਿਓ, ਸਿੱਖੀ ਦਾ ਪ੍ਰਚਾਰ ਨਹੀਂ ਹੁੰਦਾ। ਇਹਦੇ ਵਿੱਚ ਦੱਸੋ ਭਾਈ ਤਾਰੂ ਸਿੰਘ ਕਿਸੇ ਨੂੰ ਸੁਣਾਇਆ ਅੱਜ ਤੱਕ? ਇਹਨਾਂ ਲੋਕਾਂ ਨੇ ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਦੀ ਗੱਲ ਕੀਤੀ ਹੈ? ਉਹਨਾਂ ਮਾਤਾਵਾਂ ਦੀ ਗੱਲ ਕੀਤੀ ਜਿਨ੍ਹਾਂ ਦੇ ਜਿਗਰੇ, ਜਿਨ੍ਹਾਂ ਦੇ ਟੋਟੇ, ਜਿਨ੍ਹਾਂ ਦੇ ਲਾਲ ਬੱਚੇ ਖੋ ਕੇ ਸ਼ਹੀਦ ਕੀਤੇ ਗਏ ਅੱਖਾਂ ਸਾਹਮਣੇ? ਇਹਨਾਂ ਨੇ ਕਦੀ ਉਹਨਾਂ ਸੂਰਮੇ ਵਰਿਆਮ ਸਿੱਖਾਂ ਦੀ ਗੱਲ ਕੀਤੀ ਹੈ? ਅੱਜ ਤੁਸੀਂ ਵੇਖੋ, ਪੰਜਾਬ ਦੀ ਧਰਤੀ ਤੇ ਇੱਕ ਸਧਾਰਨ ਸਿੱਖ ਵੀ ਆਪਣੀ ਜ਼ਿੰਮੇਵਾਰੀ ਸਮਝ ਰਿਹਾ। ਉਹ ਵੀ ਕਿਤੇ ਨਾ ਕਿਤੇ ਭੁੱਖਾ ਰਹਿ ਕੇ ਉਹਨੂੰ ਵੀ ਲੱਗਦਾ ਕਿ ਮੈਂ ਆਪਣਾ ਫਰਜ਼ ਨਿਭਾਵਾਂ ਜਿਹੜਾ ਮੈਨੂੰ ਫਰਜ਼ ਨਿਭਾਉਣਾ ਚਾਹੀਦਾ ਹੈ। ਇੱਕ ਆਮ ਸਿੱਖ ਵੀ ਫਰਜ਼ਾਂ ਤੋਂ ਜਾਣੂ ਹੈ, ਪਰ ਅੱਜ 16,000 ਆਪਣੇ ਆਪ ਨੂੰ ਸੰਤ ਬ੍ਰਹਮ ਗਿਆਨੀ ਅਖਵਾਉਣ ਵਾਲੇ ਕਿੱਥੇ ਨੇ? ਉਹ ਪੰਥ ਦੇ ਹਿੱਤਾਂ ਦੀਆਂ ਆਵਾਜ਼ਾਂ ਮਾਰਨ ਵਾਲੇ ਲੋਕ ਕਿੱਥੇ ਬੈਠੇ ਨੇ? ਤੁਸੀਂ ਇਤਿਹਾਸ ਪੜ੍ਹੋ। ਮੈਂ ਇੱਕ ਬੇਨਤੀ ਕਰਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਕਤ ਦਾ ਸਮਾਂ ਹੈ ਨਾ ਜਿਹੜਾ, ਉਹ ਸਹਿਜ ਅਵਸਥਾ 'ਚ ਚੱਲ ਰਿਹਾ ਪ੍ਰਚਾਰ ਦੌਰਾ। ਸਤਿਗੁਰੂ ਜੀ ਆਰਾਮ ਨਾਲ ਪ੍ਰਚਾਰ ਕਰ ਰਹੇ ਨੇ। ਉਸ ਵੇਲੇ ਤੁਸੀਂ ਵੇਖੋ, ਸ਼੍ਰੀ ਚੰਦ ਲਖਮੀ ਦਾਸ ਵਰਗੇ ਦਾਅਵੇ ਕਰਦੇ ਨੇ ਗੱਦੀ ਸਾਨੂੰ ਮਿਲਣੀ ਚਾਹੀਦੀ ਹੈ, ਗੱਦੀ ਦੇ ਵਾਰਿਸ ਅਸੀਂ ਹੋਣੇ ਚਾਹੀਦੇ ਹਾਂ। ਉਸ ਵੇਲੇ ਬਕਾਇਦਾ ਭਾਈ ਲਹਿਣਾ ਜੀ ਦੀ ਯੋਗਤਾ ਨੂੰ ਵੇਖ ਕੇ ਪਾਤਸ਼ਾਹ ਜੀ ਨੇ ਜ਼ਿੰਮੇਵਾਰੀ ਦਿੱਤੀ ਹੈ। ਪੁੱਤਰਾਂ ਦੇ ਦਾਅਵਿਆਂ ਤੇ ਨਹੀਂ ਗਏ ਕਿ ਅਸੀਂ ਵੱਡੇ ਪੁੱਤਰ ਹਾਂ, ਕਿਉਂਕਿ ਘਰ ਦੀ ਮਲਕੀਅਤ ਨਹੀਂ ਸੀ ਹੈਗੀ। ਇਹ ਧਰਮ ਦੀ ਉਸਾਰੀ ਹੈ, ਇਹ ਅਕਾਲ ਪੁਰਖ ਦੇ ਘਰ ਦਾ ਫਲਸਫਾ ਸੀ। ਉਸ ਵੇਲੇ ਇਹਨਾਂ ਨੇ ਦਾਅਵੇ ਕੀਤੇ। ਤੁਸੀਂ ਇਤਿਹਾਸ ਵਿੱਚ ਪੜੋ, ਥਾਂ ਥਾਂ ਤੇ ਕਦੀ ਦਾਸੂ ਨੇ ਦਾਅਵੇ ਕੀਤੇ, ਕਿਤੇ ਮੋਹਨ ਮੋਹਰੀ ਉਤਰਦੇ ਨੇ ਦਾਅਵੇ ਕਰਨ ਵਾਲੇ। ਤੇ ਦੇਖੋ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਵਕਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਜਦੋਂ ਗੁਰਿਆਈ ਛੋਟੇ ਪੁੱਤਰ ਗੁਰੂ ਅਰਜਨ ਸਾਹਿਬ ਨੂੰ ਦਿੱਤੀ ਹੈ, ਤੇ ਪ੍ਰਿਥੀਏ ਨੇ ਬੜੇ ਦਾਅਵੇ ਕੀਤੇ, ਬੜੇ ਝੰਡੇ ਚੁੱਕੇ। ਇਹਨੇ ਹੇਰਲ ਪਿੰਡ ਦੇ ਵਿੱਚ ਇੱਕ ਨਵਾਂ ਦਰਬਾਰ ਸਾਹਿਬ ਬਣਾ ਲਿਆ। ਜਿਵੇਂ ਅੱਜ ਮਸਤੂਆਣੇ ਚੰਦ ਬਾਬਿਆਂ ਨੇ ਇਕੱਠੇ ਹੋ ਕੇ ਇੱਕ ਨਵਾਂ ਦਰਬਾਰ ਦਾ ਮਾਡਲ ਬਣਾਇਆ ਨਾ, ਇਹ ਹੇਰਲ ਪਿੰਡ 'ਚ ਕਦੀ ਬਕਾਇਦਾ ਪ੍ਰਿਥੀਏ ਨੇ ਵੀ ਇਹ ਕੰਮ ਕੀਤਾ ਹੋਇਆ ਸੀ। ਪ੍ਰਿਥੀਏ ਨੇ ਇਹ ਕੰਮ ਕੀਤਾ ਹੈ। ਉਹਨੇ ਵੀ ਰਚਨਾਵਾਂ ਬਥੇਰੀਆਂ ਲਖਵਾਈਆਂ, ਦਾਅਵੇ ਕੀਤੇ, ਗੁਰਿਆਈ ਸਾਡੇ ਕੋਲ ਹੈ। ਪਰ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ ਨਾ, ਇਹ ਸਮਾਂ ਆਇਆ ਕੌਮ ਤੇ, ਤੁਸੀਂ ਉਹਦੇ ਬਾਅਦ ਵੇਖੋ ਦਾਅਵੇਦਾਰ ਕਿੱਥੇ ਗਏ ਸਨ। ਕੋਈ ਨਹੀਂ ਸੀ ਪਹੁੰਚਿਆ, ਕੋਈ ਸਾਹਮਣੇ ਨਹੀਂ ਸੀ ਆਇਆ ਸਰਕਾਰ ਦੇ। ਪਤਾ ਲੱਗ ਗਿਆ ਸਿੱਖੀ ਤਾਂ ਹੈ। ਇੱਥੇ ਤਾਂ ਸ਼ਹਾਦਤਾਂ ਦੀ ਗੱਲ ਵੀ ਹੈ, ਇੱਥੇ ਤਾਂ ਸ਼ਹਾਦਤਾਂ ਵੀ ਦੇਣੀਆਂ ਪੈਂਦੀਆਂ ਨੇ। ਇੱਥੇ ਤਾਂ ਮਰਾ ਮਿਟਾਉਣ ਤੱਕ ਜਾਇਆ ਜਾ ਸਕਦਾ ਹੈ। ਕੋਈ ਨਜ਼ਰ ਨਹੀਂ ਸੀ ਆਇਆ। ਆਖਿਰ ਇਹ ਜ਼ਿੰਮੇਵਾਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਿਰ ਤੇ ਰੱਖ ਕੇ ਗਏ ਸਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਸੰਭਾਲੀ। ਜਦੋਂ ਸਮਾਂ ਦੇ ਬਾਅਦ ਗੁਰੂ ਹਰਿਰਾਏ ਸਾਹਿਬ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਆਉਂਦਾ, ਤੁਸੀਂ ਫਿਰ ਵੇਖੋ ਇਤਿਹਾਸ ਦੇ ਵਿੱਚ ਬਕਾਇਦਾ ਉੱਥੇ ਫਿਰ ਰਾਮ ਰਾਏ ਵਰਗਾ ਸਹਿਜੇ ਕਰਕੇ ਫਿਰ ਧੌਣ ਖੜੀ ਕੱਢਦਾ। ਉਹ ਹੌਲੀ ਹੌਲੀ ਫਿਰ ਸਿਰ ਚੁੱਕਣ ਵਾਲੇ ਪੈਦਾ ਹੋਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੇਲੇ ਤੁਸੀਂ 22 ਮੰਜੀਆਂ ਦੀ ਗੱਲ ਇਤਿਹਾਸ 'ਚ ਪੜ੍ਹਦੇ ਹੋ। ਇਹ ਧੀਰ ਮਣੀਏ ਫਿਰ ਦਾਅਵੇਦਾਰ ਆਵੇ। ਇਹਨਾਂ ਨੂੰ ਲੱਗਾ ਹੁਣ ਮਾਹੌਲ ਫਿਰ ਠੀਕ ਹੋ ਗਿਆ, ਮਾਹੌਲ ਠੀਕ ਹੈ। ਇਹ ਫਿਰ ਗੁਰਿਆਈ ਦੇ ਦਾਅਵੇਦਾਰ ਆ ਗਏ। ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਈ, ਦਿਖਾਓ ਧੀਰ ਮਣੀਏ ਕਿੱਥੇ ਗਏ। ਸ਼ਹੀਦੀ ਦੇ ਬਾਅਦ ਦਿਖਾਓ ਕਿਤੇ ਮੰਜੀਆਂ ਵਾਲੇ ਕਿਤੇ ਲੱਭਦੇ ਹੋ, ਕੋਈ ਨਹੀਂ ਸੀ ਬੌੜਿਆ। ਇਹ ਸਭ ਫਿਰ ਆਪਣੇ ਆਪਣੀ ਖੁੱਡਾਂ ਦੇ ਵਿੱਚ ਭੋਰਿਆਂ ਵਿੱਚ ਜਾ ਬੈਠੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜ਼ਿੰਮੇਵਾਰੀ ਫਿਰ ਸੰਭਾਲੀ ਹੈ। ਫਿਰ ਸਾਡੀ ਕੌਮ ਨੂੰ ਸਤਿਗੁਰੂ ਪਾਤਸ਼ਾਹ ਨੇ ਆਪ ਅਗਵਾਈ ਦੇ ਕੇ ਆਪ ਪਾਤਸ਼ਾਹ ਜੀ ਅੱਗੇ ਲੱਗੇ, ਪਰਿਵਾਰ ਤੱਕ ਵਾਰਨ ਤੱਕ ਗਏ ਨੇ। ਉਹਦੇ ਬਾਅਦ ਤੁਸੀਂ ਇਤਿਹਾਸ ਦੇ ਵਿੱਚ ਵੇਖੋ ਇਹ ਕਿਵੇਂ ਸਮਾਂ ਆਪਣੇ ਆਪ ਨੂੰ ਦਾਅਵੇਦਾਰ ਬਣਦੇ ਰਹੇ। 84 ਦੇ ਵੇਲੇ ਕੀ ਇਹਨਾਂ ਦੇ ਵਿੱਚੋਂ ਦੀ ਕੋਈ ਬੌੜਿਆ ਸੀ? ਇਹਨਾਂ ਵਿੱਚੋਂ ਨਿਕਲਿਆ? ਇਹਨਾਂ ਵਿੱਚੋਂ ਕੋਈ ਕੌਮ ਨੂੰ ਸੰਭਾਲ ਕਰਨ ਵਾਸਤੇ, ਕੌਮ ਦੀ ਲੀਡ ਵਾਸਤੇ ਕਿਸੇ ਨੇ ਅੱਗੇ ਆਉਣ ਦੀ ਕੋਸ਼ਿਸ਼ ਕੀਤੀ? ਅੱਜ ਫਿਰ ਇਹਨਾਂ ਨੂੰ ਲੱਗਦਾ ਮਾਹੌਲ ਫਿਰ ਸ਼ਾਂਤ ਹੈ, ਅੱਜ ਫਿਰ ਚੰਗਾ ਢੰਗ ਤਰੀਕਾ ਸਮਾਂ ਹੈਗਾ। ਅੱਜ ਫਿਰ ਇੱਕ ਦਾਵਾ ਕਰ ਰਹੇ, ਅੱਜ ਫਿਰ ਖੜ ਗਏ। ਹੁਣ ਤੁਸੀਂ ਕਹਿੰਦੇ ਰਹੋ ਜਦੋਂ ਹੁਣ ਫਿਰ ਕਿਤੇ ਐਸਾ ਕੌਮ ਤੇ ਭੀੜ ਬਣ ਗਈ ਨਾ, ਖੁਦਾ ਨਾ ਖਾਸਤਾ ਐਸਾ ਕਿਤੇ ਭਾਣਾ ਵਾਪਰਿਆ, ਲੱਭਣਾ ਨਹੀਂ ਹੈਗਾ 16,000 ਵਿੱਚੋਂ ਇੱਕ ਵੀ ਨਹੀਂ ਜੇ ਲੱਭਣਾ। ਇਹ ਨੋਟ ਕਰ ਲਓ ਭਾਵੇਂ ਗੱਲ। ਇਹ ਮੌਕੇ ਸੰਭਾਲੇ ਜਾ ਰਹੇ ਨੇ।
सतगुरु गुरु नानक सच्चे पातशाह ने अपने वक्त के दौरान इन्हां लोकां दे पाप उघेड़े सन चंगे तरीके दे नाल, मत किते समाज इन्हां दे भुलेखे च पै जाए। उत्तराखंड विच ना आप देखो, गुरु नानक सच्चे पातशाह गए ने, नानक मता गुरुद्वारा साहिब है, गोरख मता बड़े दावे करदा सी उत्थे दे लोकां दे अगे, वो अपने आप नूं करामाती पेश करदा रहा कि मेरे को चमत्कार ने, रिधियां सिद्धियां दा मालक हां। गुरु नानक सच्चे पातशाह ने उहदे नाल जाके डिबेट की है, विचार की है। सतगुरु जी ने उहदे जिहड़े असल कीते जा रहे अपने वल्लों बनाए कर्म धर्म सतगुरु ने उस समाज सामने रखे। उत्थे सवाल जवाब होए, विचारा हुईयां, उन्होंने जवाब तक ना आया। सतगुरु जी ने उहदा उत्थों डेरा तोड़िया, भनिया, गोरख मता उत्थों दी खत्म कर दिता पातशाह ने, ते बकायदा वो समाज ने नानक दी मत नूं प्रवान करके उहदा केंद्री स्थान रूप दे विच नाम नानक मता पाया। हुण इत्थे गोरख दी मत नहीं, ते नानक दी मत चलेगी। अज तुसीं वेख लवो, जिथे नानक ने अपनी जाके मत दिखाई, विचार की, अपनी मत विच सच दिखाया, अज फिर उसे थां दे उत्ते नानक मत खत्म कर दिता जा रहा है। उत्थे तुसीं वेखो, साडी कौम पिपड़ां दे दुआले कर दित्ती गई है। पिपड़ां दे आले दुआले मत्था टेक के सी घर नूं परताए, सानूं पता ही नहीं लगा इत्थे गुरु नानक साहब आए की करन सन, सबक दे के की गए ने। सानूं रीठियां दे दुआले करता, रीठे खाड़ो ते घर नूं जाओ। ਉਹ ਭਲਿਓ ਰੀਠਿਆਂ ਨਾਲ, ਅਮਰੂਦ ਫਰੂਟਾਂ ਨਾਲ ਸਾਡਾ ਸੰਬੰਧ ਨਹੀਂ, ਸਾਡਾ ਸੰਬੰਧ ਹੈ ਬਾਬੇ ਨਾਨਕ ਦੀ ਕਲਾਮ ਨਾਲ, ਸਾਡੇ ਸੰਬੰਧ ਹੈ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਨਾਲ। ਸਾਨੂੰ ਦੱਸੋ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਧਾਂ ਨਾਲ ਗੱਲ ਕੀ ਕੀਤੀ ਸੀ, ਜੋਗੀਆਂ ਨਾਲ ਵਿਚਾਰਧਾਰਾ ਕੀ ਕੀਤੀ ਹੈ। ਕਿਤੇ ਅਸੀਂ ਅੱਜ ਜੋਗੀਤਾ ਪੈਦਾ ਨਹੀਂ ਕਰ ਰਹੇ, ਸਾਡਾ ਸਮਾਜ ਸਿੱਧਾਂ ਨੂੰ ਪ੍ਰਮੋਟ ਤਾਂ ਨਹੀਂ ਕਰ ਰਿਹਾ। ਮੈਂ ਇੱਕ ਹੋਰ ਬੇਨਤੀ ਕਰਾਂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਇੱਕ ਡੇਰਾ ਬਣਿਆ ਸੀ ਨੰਦੇੜ ਦੇ ਲਾਗੇ। ਪਹਿਲਾਂ ਉਹ ਬੈਰਾਗੀ ਬਣਿਆ ਰਿਹਾ, ਤੇ ਉਹਨਾਂ ਪਰਿਵਾਰਾਂ ਵਿੱਚੋਂ ਉੱਠਿਆ ਹੋਇਆ ਇੱਕ ਨੌਜਵਾਨ ਸੀ ਜਿਹਨੂੰ ਘੋੜਸਵਾਰੀ ਆਉਂਦੀ ਸੀ, ਸ਼ਸਤਰ ਵਿਦਿਆ ਆਉਂਦੀ ਸੀ, ਪਰ ਇਹਨੂੰ ਇਹੋ ਜਿਹਾ ਵਰਗਲਾਇਆ ਗਿਆ ਕਿ ਤੂੰ ਪਾਪ ਕਰਤਾ ਹੈ, ਤੇਰੇ ਹੱਥੋਂ ਪਾਪ ਹੋ ਗਿਆ, ਅਪਰਾਧ ਹੋ ਗਿਆ। ਇਹ ਉਹੀ ਮਾਧੋ ਦਾਸ ਜਿਹੜਾ ਮੁੜ ਕੇ ਬੰਦਾ ਸਿੰਘ ਬਹਾਦਰ ਬਣਿਆ, ਇਹ ਲక్ష్మణ ਦਾਸ ਮਾਧੋ ਦਾਸ ਸਮਾਵਾ ਬਣਦਾ ਫਿਰੇ। ਇਹਨੂੰ ਵਰਗਲਾ ਦਿੱਤਾ ਗਿਆ ਜੋਗੀਆਂ ਸਿੱਧਾਂ ਵੱਲੋਂ। ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਤਿਆਗੀ ਨੂੰ ਜਾ ਕੇ ਮਿਲਦੇ ਨੇ। ਗੋਰਖਨਾਥ ਸਤਿਗੁਰੂ ਜੀ ਨੇ ਜਿੱਥੇ ਸਮਾਜ ਸਾਹਮਣੇ ਪੇਸ਼ ਕੀਤੇ, ਉੱਥੇ ਇਹੋ ਜਿਹੇ ਜਿਨ੍ਹਾਂ ਦੇ ਹੱਥ ਕਮਾਣ ਦੀ ਲੋੜ ਸੀ ਉਹ ਸਮਾਵਾਂ ਮਲਦੇ ਫਿਰਦੇ ਸਨ। ਉਹਨਾਂ ਦਾ ਕਿਤਨਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਧੋ ਦਾਸ ਨਾਲ ਵਿਚਾਰ ਕਰਦੇ ਨੇ, ਉਹਨੂੰ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕਰਾਇਆ, ਆਹ ਦ੍ਰਿਸ਼ ਵੀ ਦਿਖਾਇਆ ਜਿਹੜਾ ਅੱਜ ਦਿਖਾਇਆ ਨਹੀਂ ਜਾ ਰਿਹਾ। ਇਹ ਬਿਲਕੁਲ ਅੱਜ ਪਰਦਾ ਪਾਇਆ ਜਾ ਰਿਹਾ ਹੈ। ਆਖਿਆ ਜਾ ਰਿਹਾ ਕੁਝ ਨਹੀਂ ਹੋ ਚੱਲਾ ਪੰਥ ਨੂੰ, ਸਭ ਚੜ੍ਹਦੀ ਕਲਾ ਦੇ ਵਿੱਚ ਹੈ ਜੀ। ਹੋਰ ਨਿਸ਼ਾਨ ਸਭ ਉੱਚੇ ਹੋ ਜਾਣਗੇ, ਆਪੀ ਚੜ੍ਹਦੀ ਕਲਾ ਹੋ ਜਾਏਗੀ। ਕੁਝ ਨਹੀਂ ਦਿਖਾਇਆ ਜਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦ੍ਰਿਸ਼ ਦਿਖਾਇਆ ਪੰਜਾਬ ਦਾ। ਮਾਧੋ ਦਾਸ ਪੰਜਾਬ ਦੇ ਹਾਲਾਤ ਵੇਖ, ਉਹ ਪੜਿਆ ਇੱਥੇ ਤਾਂ ਗਲੀਆਂ ਗਲੀਆਂ ਖੂਨ ਦੇ ਨਾਲ ਭਰ ਚੁੱਕੀਆਂ ਨੇ। ਇੱਥੇ ਤਾਂ ਬੱਚਿਆਂ ਨੂੰ ਕੋਹ ਕੇ ਮਾਰਿਆ ਜਾ ਰਿਹਾ, ਨੀਅਤ ਚਿੰਨ ਦਿੱਤਾ ਗਿਆ। ਮੈਨੂੰ ਦੱਸ ਸਕਦਾ ਉਹਨਾਂ ਦਾ ਕਸੂਰ ਕੀ ਹੈ? ਕੀ ਕਸੂਰ ਕੀਤਾ? ਜੇ ਤੂੰ ਧਰਮੀ ਅਖਵਾਉਣਾ ਚਾਹੁੰਦਾ, ਧਰਮੀ ਬਣਨਾ ਚਾਹੁੰਦਾ, ਆ ਫਿਰ ਮੈਦਾਨ ਸੰਭਾਲ ਖਾ ਬਾਗ ਡੋਰ ਭੜਿਆ। ਜੇ ਤੇਰਾ ਧਰਮ, ਤੈਨੂੰ ਧਰਮ ਕਮਾਉਣ ਦਾ ਚਾਹ ਹੈ, ਆ ਇਹਨਾਂ ਲੋਕਾਂ ਨਾਲ ਮੱਥਾ ਲਾ। ਇਹ ਜਿਹੜੇ ਹਮਲਾਵਰ ਬਣ ਕੇ ਉਤਰੇ ਨੇ, ਸਮਾਜ ਨੂੰ ਲੁੱਟ ਰਹੇ ਨੇ, ਜ਼ਬਰ ਜ਼ੁਲਮ ਕਰ ਰਹੇ ਨੇ, ਕਰ ਸਕਦਾ ਮੁਕਾਬਲਾ? ਕੀ ਇਹ ਧਰਮੀ ਦਾ ਕਾਜ਼ ਨਹੀਂ? ਇਹ ਧਰਮੀ ਬੰਦੇ ਦਾ ਫਰਜ਼ ਨਹੀਂ? ਇੱਕ ਤਿਆਗੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਹਾਦਰ ਬਣਾਇਆ ਸੀ। ਇੱਕ ਤਿਆਗੀ ਵਿੱਚੋਂ ਚੁੱਕ ਕੇ ਸੋਹ ਮਿਲਣ ਵਾਲੇ ਨੂੰ ਸਤਿਗੁਰ ਨੇ ਬਹਾਦਰ ਬਣਾਇਆ। ਉਹ ਤਿਆਗੀ ਪ੍ਰਵਾਨ ਨਹੀਂ ਸੀ ਪਾਤਸ਼ਾਹ ਨੂੰ, ਬਹਾਦਰ ਪ੍ਰਵਾਨ ਸਨ। ਬਹਾਦਰ ਬਣਾ ਕੇ ਪੰਜਾਬ ਵੱਲ ਤੋਰੇ। ਪਰ ਮੈਂ ਇੱਕ ਬੇਨਤੀ ਕਰਾਂ, ਅੱਜ ਬਹਾਦਰਾਂ ਦੀ ਕੌਮ ਫਿਰ ਤਿਆਗੀਆਂ ਨੂੰ ਪੂਜ ਰਹੀ ਹੈ। ਕੈਸਾ ਸਾਡੇ ਸਮਾਜ ਦੇ ਵਿੱਚ ਹਨੇਰਾ ਆ ਗਿਆ। ਅੱਜ ਬਹਾਦਰਾਂ ਦੀ ਉਹ ਕੌਮ ਜਿਨ੍ਹਾਂ ਦੇ ਹੱਥਾਂ ਤੋਂ ਕਿਰਪਾਨਾਂ ਖੋ ਕੇ ਮਾਲਾ ਫੜਾ ਦਿੱਤੀਆਂ ਜਾ ਰਹੀਆਂ ਨੇ। ਕੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਸਨ ਵਿਚਾਰ ਸਕੇ, ਜਿਨ੍ਹਾਂ ਨੇ ਸਾਨੂੰ ਕਿਤੇ ਇਹੋ ਜਿਹੇ ਤਿਆਗੀ ਪ੍ਰਮੋਟ ਕਰਕੇ ਦਿੱਤੇ? ਸਤਿਗੁਰੂ ਪਾਤਸ਼ਾਹ ਨੇ ਬਹਾਦਰ ਬਣਾ ਕੇ ਦਿੱਤੇ ਸਨ ਸਾਡੀ ਲੀਡ ਵਾਸਤੇ। ਬਹਾਦਰ ਸਾਨੂੰ ਕਿਤੇ ਵੀ ਸਤਿਗੁਰ ਨੇ ਜੋੜਿਆਂ ਵਾਲੇ ਪਾਸੇ ਨਹੀਂ ਲਾਇਆ, ਜੋੜੇ ਪੂਜੀ ਜਾਓ। ਕਿਤੇ ਖੁੰਡੀਆਂ ਵਾਲੇ ਪਾਸੇ ਨਹੀਂ ਲਾਇਆ, ਖੁੰਡਿਆਂ ਨੂੰ ਮੱਥੇ ਟੇਕੀ ਜਾਓ।
किते दरख्तां नूं मत्थे टेक लैना, किते तुसीं वेखो ਵੱਖ-ਵੱਖ चीज़ां रख के मत्थे टिकाउण वाले बन्ने लाया होवे। गुरु ग्रंथ साहिब की बाणी पढ़ी होंदी सानूं पता लगदा कि ਜਿਹੜੀਆਂ ਅੱਜ माला प्रमोट करके साडे कोलों जुरत खो ली गई, साडे कोलों ताकत खो ली गई, गुलाम बना के कौम नूं रख दिता इन्हां लोकां ने। कदी असीं पढ़दे बाबा कबीर दा शब्द, भगत कबीर कहंदे ने जपनी काठ की, ये जिहड़ी जपनी भलिया रब दे नाम ते तैनूं फड़ा दित्ती गई है, ये लोहे लकड़ दी लैके बैठा है। जपनी काठ की क्या दिखना मैं लोए, ये लोगों को की विखाना कि मैं धर्मी हाँ, मैं रब दा गिनती नाल नाम बड़ा जपदा वां, मैं किनियां फेरदा वां, दिन च किनियां कर लईआं ने, मैं किनियां घुमा लईआं ने, मैं रब नूं कितना कुछ चेते करदा। क्या दिखना मैं लोए हिरदे राम न चेताई, रब हिरदे विच तां चेतिया ही नहीं, असल मायने च रब चेते विच ही नहीं आया, चेते विच नहीं आया। जे रब चेते विच हुंदा, ध्यान च हुंदा, ओ पढ़िया ਜਿਹੜੀਆਂ ਬੱਚੀਆਂ ਕੁੱਖ ਵਿੱਚ ਕਤਲ ਕੀਤੀਆਂ ਜਾ ਰਹੀਆਂ ਨੇ, ਤੂੰ ਆਵਾਜ਼ ਚੁੱਕਦਾ, ਤੂੰ ਤੜਫ ਉੱਠਦਾ। ਉਹ ਜਿੰਨੀਆਂ ਧੀਆਂ ਨੂੰ ਮਾਰ ਰਹੇ ਹੋ, ਇਹਨਾਂ ਵਿੱਚ ਰੱਬ ਬੈਠਾ ਹੋਇਆ ਹੈ। ਉਹ ਪੜਿਓ ਇਹਨਾਂ ਦੇ ਵਿੱਚ ਰੱਬ ਦੀ ਜੋਤ ਟਿਕੀ ਹੋਈ ਹੈ। ਜੇ ਰੱਬ ਤੈਨੂੰ ਚੇਤੇ ਵਿੱਚ ਆ ਜਾਂਦਾ ਤੇ ਜਿਹੜੀਆਂ ਧੀਆਂ ਦਹੇਜਾਂ ਕਰਕੇ ਸਾੜ ਕੀਤੀਆਂ ਜਾਂਦੀਆਂ ਨੇ, ਤੂੰ ਆਵਾਜ਼ ਚੁੱਕਦਾ, ਤੂੰ ਇਨਕਲਾਬ ਸਮਾਜ ਚ ਲੈ ਕੇ ਆਉਂਦਾ। ਜਿਨ੍ਹਾਂ ਨੂੰ ਨੀਵਾਂ ਕਹਿ ਕੇ ਸ਼ੂਦਰ ਕਹਿ ਕੇ ਲਤਾੜਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਗੁਰਦੁਆਰਿਓਂ ਧੱਕੇ ਮਾਰੇ ਜਾ ਰਹੇ ਨੇ, ਜਿਨ੍ਹਾਂ ਨੂੰ ਧਰਮ ਵਾਲੇ ਬੰਨਿਓ ਬਿਲਕੁਲ ਕੋਰਾ ਕੀਤਾ ਜਾ ਰਿਹਾ ਹੈ, ਤੇਰੀ ਚੀਸ ਨਿਕਲਦੀ ਉਹ ਪੜਿਓ ਇਹਨਾਂ ਵਿੱਚ ਵੀ ਮੇਰਾ ਰੱਬ ਬੈਠਾ ਜੀ, ਇਹਨਾਂ ਵਿੱਚ ਵੀ ਮੇਰਾ ਖੁਦਾ ਬੈਠਾ, ਮੇਰਾ ਵਾਹਿਗੁਰੂ ਬੈਠਾ ਹੈ। ਇਹ ਹੈ ਹਿਰਦੇ ਰਾਮ, ਇਹ ਹੈ ਚਿੱਤ ਵਿੱਚ ਰੱਬ ਨੂੰ ਧਿਆਉਣਾ, ਯਾਦ ਕਰਨਾ। ਇੱਥੇ ਸਭ में जोत जोत है सोए, तिसते चानन सब में चानन होए। गुर साखी, ਇਹ ਪਤਾ ਲੱਗਣਾ ਗੁਰੂ ਦੀ ਸਿੱਖਿਆ ਦੇ ਨਾਲ। ਗੁਰ ਸਾਖੀ ਜੋਤ ਪ੍ਰਗਟ ਹੋਏ, ਇਹ ਜੋਤ ਪ੍ਰਗਟ ਹੋਣੀ ਹੈ ਗੁਰੂ ਦੀ ਸਿੱਖਿਆ ਦੇ ਨਾਲ। ਇਹ ਰੱਬ ਜਿਹੜਾ ਸਾਰਿਆਂ ਦੇ ਵਿੱਚ ਤੂੰ ਦੇਖ ਸਕਦਾ, ਇਹ ਤੈਨੂੰ ਗੁਰੂ ਸਿੱਖਿਆ ਦੱਸ ਸਕਦੀ ਸੀ, ਪਰ ਗੁਰੂ ਸਿੱਖਿਆ ਦੇ ਲਾਗੇ ਆਇਆ ਕੌਣ? ਆਉਣ ਹੀ ਨਹੀਂ ਦਿੱਤਾ ਗਿਆ। ਪਹਿਲੀ ਗੱਲ ਤੇ ਆਉਣ ਨਹੀਂ ਦਿੱਤਾ ਗਿਆ। ਇਤਨਾ ਡਰਾਇਆ, इतना धमका दिता गया कि जेकर बाणी दा एक अखर भी गलत पढ़िया गया, बस तुसी पाप तो नहीं बच सकोगे, तुसी नरकां दी सजा तो दौड़ नहीं सकोगे। इतना डराया धमकाया गया। बाणी पढ़ना सिख छड़ गया, बाणी पढ़नों रह गया, इनू फड़ा दिता गया, बस आ तू नाम दा रटन करी जा, आई नाम है। वो पढ़िया जे 1 2 4 10 अखर नाम बन जाता ਤਾਂ ਭਲਾ ਗੁਰੂ ਗ੍ਰੰਥ ਸਾਹਿਬ ਦੇ 1430 ਅੰਕ ਲਿਖ ਕੇ ਇਹ ਗਿਆਨ ਦਾ ਸਮੁੰਦਰ, ਗਿਆਨ ਦਾ ਖਜ਼ਾਨਾ ਕਿਦੇ ਲਈ ਲਿਖਿਆ? ਫਿਰ ਕਿਦੇ ਲਈ ਲਿਖਿਆ ਜੇ ਤੇਰਾ ਇਹਦੇ ਨੂੰ ਸਰ ਜਾਣਾ ਸੀ? ਸਤਿਗੁਰ ਨੇ ਬਾਣੀ ਚ ਆਖਿਆ ਨਾਮ ਚਾਹੀਦਾ, ਨਾਮ ਤੋਂ ਬਗੈਰ ਭਲਿਆ ਤੂੰ ਭਟਕਦਾ ਫਿਰੇਗਾ। ਨਾਮ ਤੋਂ ਬਗੈਰ ਤੇਰੇ ਜੀਵਨ ਦੇ ਵਿੱਚ ਬਾਰ-ਬਾਰ ਧੋਖੇ ਹੋਣਗੇ, ਪਰ ਤੈਨੂੰ ਚਾਹੀਦਾ ਬਾਣੀ ਵਿੱਚੋਂ ਨਾਮ ਸਮਝ ਲੈਣਾ, ਤੈਨੂੰ ਬਾਣੀ ਵਿੱਚੋਂ ਨਾਮ ਦੀ ਪਰਿਭਾਸ਼ਾ ਲੱਭ ਲੈਣੀ। जिथे गुरुदेव पातशाह बाणी च कहते ने साची बाणी सूचा होए, गुण ते नाम प्राप्त होए। नाम किथों प्राप्त होया जी? गुण ते नाम प्राप्त होए। गुणा तो नाम की प्राप्ति होती है, बिन गुण कीते भगत ना होए। गुणा तो बगैर भगती नहीं जाएगी, गुणा तो बगैर सरना नहीं। जे साडे जीवन च संतोख ना आया ते असीं तृष्णालु हो के बारों बारों रब रब करी जाइए, ये भगती बन सकेगा? गुरुदेव ने बाणी च आख देना हर हर करे, रब रब तो तू कर रहे हैं, ਇਹਦੇ ਚ कोई शक नहीं। हर हर करे नित कपट कमावे, पर जिहदे हिरदे दे नाल तू कपट कमा रहे हैं, झूठ बोलदा है, ठगी मारदा है, अपने बच्चों को पालन वास्ते लोगों के बच्चों के मुंह खो के लियाउण वालिया जिन्ने मर्जी रटन कर ले। बहु पर पंच कर पर धन लियावे, सुतदारा पयान लुटावे। मन मेरे भूले कपट ना कीजे, हदायत है ना, हे मेरे मना कपट वाला पासा ना चुन।
ਤੂੰ ਮੂੰਹ ਰੱਬ ਰੱਬ ਨਾ ਵੀ ਕਰੇਗਾ ਭੜਿਆ ਤੇਰਾ ਸਰ ਜਾਏਗਾ। ਪਰ ਜਿਵੇਂ ਤੂੰ ਆਪਣੇ ਬੱਚਿਆਂ ਦੇ ਮੂੰਹ ਵਿੱਚ ਆ ਕੇ ਲੋਕਾਂ ਦੇ ਬੱਚੇ ਦੇ ਮੂੰਹ ਖੋ ਕੇ ਲਿਆਉਣਾ, ਆਹ ਬੰਦ ਕਰ। ਉਹਦੇ ਵਿੱਚ ਵੀ ਰੱਬ ਨੂੰ ਵੇਖ। ਉਹ ਭੜਿਆ ਮੂੰਹ ਦੀਆਂ ਕੰਧਾਂ ਨੂੰ ਤੋੜ ਕੇ ਪਿਆਰ ਪੈਦਾ ਕਰ ਜਿਹਦੀ ਸੀਮਾ ਨਹੀਂ ਹੋਇਆ ਕਰਦੀ। ਮੋਹ ਉਹ ਹੁੰਦਾ ਜਿਹੜਾ ਚਾਰ ਦੀਵਾਰੀ ਬਣਦਾ। ਮੋਹ ਉਹ ਹੁੰਦਾ ਜਿਹੜਾ ਆਪਣੀ ਪਤਨੀ ਦੀਆਂ ਲੋੜਾਂ ਨੂੰ ਮੁੱਖ ਰੱਖਦਾ ਤੇ ਕਈ ਵਾਰੀ ਦੂਜੇ ਦੀਆਂ ਔਰਤਾਂ ਦੇ ਸੁਹਾਗ ਤੱਕ ਉਜਾੜ ਆਉਂਦਾ। ਇਹ ਮੋਹ ਹੈ। ਮੋਹ ਹੈ ਜਿਹੜਾ ਆਪਣੇ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਵੇਖਦਾ ਤੇ ਸਮਾਜ ਦੇ ਬੱਚਿਆਂ ਨੂੰ ਤੜਫਾ ਹੁੰਦਾ ਹੈ, ਉਹਨਾਂ ਦੇ ਮਾਤਾ ਪਿਤਾ ਨੂੰ ਉਹਨਾਂ ਤੋਂ ਵਾਂਝਾ ਕਰ ਆਉਂਦਾ। ਪਰ ਪਿਆਰ ਉਹ ਹੁੰਦਾ ਜਿਹੜਾ ਆਪਣੇ ਕੋਲ ਮਿਲੇ ਹੋਏ ਚਾਰ ਪੁੱਤਰ, ਚਾਰ ਫਰਜ਼ੰਦ ਵੀ ਸੰਸਾਰ ਦੇ ਪੁੱਤਰਾਂ ਉੱਤੋਂ ਬਾਹਰ ਆਵੇ, ਇਹਨੂੰ ਪਿਆਰ ਕਹੀਦਾ। ਇਹ ਪਿਆਰ ਹੁੰਦਾ। ਉਹ ਆਪਣੇ ਪੁੱਤਰਾਂ ਪਿੱਛੇ ਦੁਨੀਆ ਦੇ ਪੁੱਤਰ ਨਹੀਂ ਮਾਰਦਾ, ਉਹ ਆਪਣੇ ਉਹ ਦੁਨੀਆ ਦੇ ਪੁੱਤਰਾਂ ਨੂੰ ਆਜ਼ਾਦੀ ਦਿਵਾਉਣ ਵਾਸਤੇ, ਦੁਨੀਆ ਦੇ ਪੁੱਤਰਾਂ ਦੇ ਸਿਰ ਹਮੇਸ਼ਾ ਝੁਕੇ ਰਹਿਣ, ਇਹਨਾਂ ਦੇ ਸਿਰਾਂ ਤੇ ਦਸਤਾਰ ਸਜੀ ਰਹੇ ਆਜ਼ਾਦੀ ਦਾ ਨਿੱਘ ਮਾਣਦੇ ਰਹਿਣ। ਉਹ ਆਪਣੇ ਬੱਚਿਆਂ ਨੂੰ ਚਮਕੌਰ ਦੀ ਗੜੀ ਦੇ ਵਿੱਚ ਅੱਖਾਂ ਸਾਹਮਣੇ ਸ਼ਹਾਦਤ ਦਾ ਜਾਮ ਪੀਂਦਿਆਂ ਦੇਖ ਕੇ ਵੀ ਜਕਾਰੇ ਛੱਡਦਾ ਰਿਹਾ। ਉਹਨੇ ਕਿਤੇ ਲਾਗੋਂ ਲੰਘ ਕੇ ਇੱਕ ਓੰਕਾਰ ਦਾ ਫਰਜ਼ ਤੋਂ ਮੂੰਹ ਨਹੀਂ ਮੋੜਿਆ। ਇੱਕ ਓੰਕਾਰ ਕੀ ਹੈ? ਇੱਕ ਹੋ ਜਾਣਾ, ਸਾਰਿਆਂ ਵਿੱਚ ਇੱਕ ਨੂੰ ਦੇਖ ਲੈਣਾ। ਸਭ ਵਿੱਚ ਜੋਤ ਜੋਤ ਹੈ, ਸੋਏ ਦਾ ਪ੍ਰਗਟਾਵਾ ਉੱਥੇ ਪਾਤਸ਼ਾਹ ਨੇ ਦਿੱਤਾ। ਜਦੋਂ ਗੁਰਦੇਵ ਚਮਕੌਰ ਦੀ ਗੜੀ ਚੋਂ ਲੰਘੇ ਉਦੋਂ ਕੇਵਲ ਆਪਣਾ ਜੀਤ ਨਹੀਂ ਲੱਭਿਆ ਵਿੱਚੋਂ, ਆਪਣਾ ਜੁਝਾਰ ਨਹੀਂ ਲੱਭਿਆ ਉਹਨਾਂ ਸ਼ਹੀਦਾਂ ਵਿੱਚੋਂ। ਸਤਿਗੁਰ ਨੇ ਹਰ ਪੁੱਤਰ ਵਿੱਚੋਂ ਆਪਣਾ ਪੁੱਤਰ ਵੇਖਿਆ ਸੀ, ਹਰੇਕ ਨੂੰ ਆਪਣਾ ਸਮਝਿਆ। ਮਤ ਕਿਤੇ ਸੰਸਾਰ ਸਮਝ ਬੈਠੇ ਕਿ ਇੱਕ ਐਸਾ ਪਿਤਾ ਹੋਇਆ ਦੁਨੀਆ ਦੀਆਂ ਮਾਤਾਵਾਂ ਦੀ ਕੁੱਖ ਚੋਂ ਪੈਦਾ ਹੋਣ ਵਾਲੇ ਪੁੱਤਰ ਨਾਲ ਲੈ ਕੇ ਤਾਂ ਤੁਰ ਪਿਆ, ਪਰ ਆਪਣੇ ਪੁੱਤਰ ਸਮਝਦਾ ਰਹਿ ਗਿਆ, ਆਪਣੇ ਪੁੱਤਰਾਂ ਦੇ ਮੂੰਹ ਕੱਜਦਾ ਰਹਿ ਗਿਆ। ਇਹ ਹੈ ਓੰਕਾਰ ਦਾ ਪ੍ਰਤੀਕ। ਸਾਰਿਆਂ ਨੂੰ ਇੱਕ ਸਮਾਨ ਬਰਾਬਰ ਸਮਝ ਲੈਣਾ, ਇੱਕ ਸਮਾਨ ਸਮਝਣਾ। ਮਾਫ ਕਰਿਓ, ਸਾਡੀ ਤਾਂ ਬਿਰਤੀ ਇੱਥੇ ਆ ਕੇ ਖੜ ਜਾਂਦੀ ਹੈ। ਅਸੀਂ ਕਦੀ ਸਮਾਜ ਦੇ ਉਹਨਾਂ ਧੀਆਂ ਪੁੱਤਰਾਂ ਵੱਲ ਨਹੀਂ ਵੇਖਦੇ। ਸਾਡੇ ਕੋਲ ਚਾਰ ਕੌਡੀਆਂ, ਚਾਰ ਛਲਣਾ ਆ ਜਾਣ, ਅਸੀਂ ਕੇਵਲ ਆਪਣੇ ਪਰਿਵਾਰ ਚ ਐਸ਼ੋ ਆਰਾਮ ਦਾ ਜੀਵਨ ਸਮਝ ਬੈਠਦੇ ਹਾਂ ਕਿ ਸਾਨੂੰ ਹੁਣ ਬਸ ਰੱਬ ਨੇ ਚੜ੍ਹਦੀ ਕਲਾ ਦਿੱਤੀ ਹੈ, ਬੜੀ ਗੁਰੂ ਦੀ ਰਹਿਮਤ ਤੇ ਕਿਰਪਾ ਹੈ। ਉਹ ਭੜਿਆ ਇਹ ਕਿਰਪਾ ਫੰਡ, ਇਹ ਤੇਰੇ ਉੱਤੇ ਜਿਹੜਾ ਮਾਲਕ ਨੇ ਰਹਿਮਤ ਕੀਤੀ, ਤੈਨੂੰ ਚਾਰ ਛਲਣਾ ਦਿੱਤੀਆਂ ਨੇ, ਹੋਰ ਲੋਕਾਂ ਨੂੰ ਵੀ ਵੇਖ, ਹੋਰਾਂ ਨੂੰ ਵੀ ਨਿਗਾਹ ਮਾਰ ਕੇ ਵੇਖ। ਦੀਵਾਲੀ ਦਾ ਦਿਨ ਆਇਆ, ਹੈਰਾਨਗੀ ਹੋਈ ਸਾਡੇ ਸਮਾਜ ਨੂੰ ਦੇਖ ਕੇ। ਉਹ ਪਰਖ ਵਾਲਾ ਦਿਨ ਸੀ ਜਦੋਂ 3 ਤਰੀਕ ਲੰਘੀ ਹੈ। ਕੌਮ ਤੇ ਪਰਖ ਹੁੰਦੀ ਹੈ ਬਾਰ-ਬਾਰ। ਅਸੀਂ ਕਿੱਥੇ ਕਿੱਥੇ ਪਾਸ ਹੁੰਦੇ ਹਾਂ, ਨਿਗਾਹ ਮਾਰ ਕੇ ਵੇਖੋ। ਉਸ ਦਿਨ ਵੀ ਮੈਂ ਨਿਊਯਾਰਕ ਬੇਨਤੀ ਕੀਤੀ, ਉਹ ਪੜਿਓ ਅੱਜ ਪਰਖ ਦਾ ਦਿਨ ਜੇ, ਅੱਜ ਦੀਵਾਲੀ ਵਾਲੇ ਦਿਨ ਗੁਰੂ ਨੇ ਪਰਖ ਲੈ ਲਈ ਜੇ। ਅੱਜ ਦੀ 3 ਨਵੰਬਰ ਨੂੰ ਉਹ 84 ਦੇ ਵਿੱਚ ਸਿੱਖ ਪਰਿਵਾਰ, ਉਹ ਬਜ਼ੁਰਗ ਪਿਤਾ ਮਾਤਾ ਸ਼ਹੀਦ ਕਰ ਦਿੱਤੀਆਂ ਗਈਆਂ, ਜਿਨ੍ਹਾਂ ਦੇ ਬੱਚੇ ਅੱਜ ਮੰਗ ਮੰਗ ਕੇ ਖਾ ਰਹੇ ਨੇ, ਜਿਨ੍ਹਾਂ ਦੀ ਪਤਨੀਆਂ ਘਰਾਂ 'ਚ ਝਾੜੂ ਪੋਚੇ ਲਾ ਕੇ ਆਪਣੇ ਘਰ ਚੁੱਲ੍ਹਾ ਬਾਲਦੀਆਂ ਨੇ, ਜਿਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਠੀਕ ਤਰੀਕੇ ਨਾਲ ਨਹੀਂ ਮਿਲ ਸਕੀ, ਜਿਨ੍ਹਾਂ ਦੇ ਸਿਰ ਤੇ ਛਾਂ ਨਾ ਹੋਈ। ਅੱਜ ਦੀਵਾਲੀ ਵਾਲੇ ਦਿਨ ਉਹੀ ਕੇਸ ਵਾਪਰਿਆ ਸੀ। ਅੱਜ ਚੋਣ ਕਰੋ ਕਿ ਜੇ ਤੁਸੀਂ ਆਪਣੇ ਬੱਚਿਆਂ ਉੱਤੋਂ ਹਜ਼ਾਰਾਂ ਦੇ ਲੱਖਾਂ ਦੇ ਪਟਾਕੇ ਦੇ ਕੇ ਖੁਸ਼ੀਆਂ ਮਾਣਨਾ ਚਾਹੁੰਦੇ ਹੋ, ਜਾਂ ਇਹਨਾਂ ਹੀ ਪੈਸਿਆਂ ਦੇ ਨਾਲ ਇੱਕ ਸਾਂਝਾ ਅਕਾਊਂਟ ਬਣਾ ਕੇ ਆਪਣੇ ਕੌਮ ਦੇ ਬੱਚਿਆਂ ਬਾਰੇ ਵੀ ਸੋਚੋਗੇ, ਕਦੀ ਆਪਣੇ ਬਾਰੇ ਵੀ ਸੋਚੋਗੇ। ਮੈਂ ਤੇ ਹੈਰਾਨ ਹੁੰਨਾ ਕਿ ਅਸੀਂ ਅਰਦਾਸ ਵਿੱਚ ਇਹ ਲਫ਼ਜ਼ ਕੇਵਲ ਬੋਲਣ ਵਾਸਤੇ ਰੱਖ ਲਏ ਨੇ, ਬੋਲਣ ਲਈ ਰੱਖੇ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਤੇਰੇ ਭਾਣੇ ਸਰਬਤ ਦਾ ਭਲਾ। ਇਹ ਸਰਬਤ ਦਾ ਭਲਾ ਮਾਫ ਕਰਿਓ ਕਹਿਣ ਨਾਲ ਹੋ ਜਾਏਗਾ, ਕਹਿਣ ਨਾਲ ਹੋ ਜਾਏਗਾ। ਸਦੀਆਂ ਕਹਿੰਦੇ ਰਹੀਏ। ਅਰਦਾਸ ਕਰਨ ਦਾ ਅਰਥ ਇਹ ਸੀ, ਪਾਤਸ਼ਾਹ ਜੀ ਸਰਬਤ ਦਾ ਭਲਾ ਤੇਰੇ ਅੱਗੇ ਝੋਲੀ ਆਣ ਕੇ ਮੰਗਦੇ ਆ, ਸਾਡੀ ਝੋਲੀ 'ਚ ਸਰਬਤ ਦੇ ਭਲੇ ਦੀ ਦਾਤ ਪਾ, ਅਸੀਂ ਹਿੱਸਾ ਪਾ ਸਕੀਏ, ਅਸੀਂ ਆਪਣਿਆਂ ਨੂੰ ਘੱਟੋ ਘੱਟ ਦੇਖ ਸਕੀਏ। ਸਾਡੇ ਬੇਗਾਨੇ ਸਮਾਜ ਦੇ ਵਿੱਚ ਬੇਗਾਨੇ ਬਣੇ ਹੋਏ ਨੇ, ਆਪਣਿਆਂ ਨੇ ਵੀ ਧਿਆਨ ਨਹੀਂ ਜੇ ਦਿੱਤਾ। ਬੇਗਾਨਿਆਂ ਦੇ ਤੇ ਕੀ ਧਿਆਨ ਦੇਣਾ ਸੀ? ਬੇਗਾਨਿਆਂ ਤੇ ਉਲਾਮਾ ਹੀ ਕਾਹਦਾ, ਉਲਾਮਾ ਹੀ ਕਾਹਦਾ? ਆਪਣੇ ਖੜੇ ਨੇ ਨਾਲ, ਆਪਣੇ ਖੜ ਸਕੇ ਨੇ। ਆਪਣਿਆਂ ਨੇ ਸੋਨੇ ਦੀਆਂ ਪਾਲਕੀਆਂ ਬਹੁਤ ਲਾ ਲਈਆਂ, ਸੋਨੇ ਦੇ ਗੁਰਦੁਆਰੇ ਬਣਾ ਲਏ, ਲੰਗਰਾਂ ਦੀਆਂ ਕਿਸਮਾਂ ਤਿਆਰ ਕਰ ਲਈਆਂ। ਆਪਣੇ ਭਲੇ ਦੀ, ਆਪਣੇ ਕੌਮ, ਇਸ ਪਰਿਵਾਰ ਦੇ ਭਲੇ ਦੀ ਕਿੰਨੇ ਸੋਚੀ ਹੈ? ਕੌਣ ਗੰਭੀਰ ਹੋਇਆ? ਸਾਡੇ ਬੱਚਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਕੌਣ ਜ਼ਿੰਮੇਵਾਰ ਹੈ? ਸਾਡੇ ਬੱਚਿਆਂ ਨੂੰ ਠੀਕ ਐਜੂਕੇਸ਼ਨ ਨਹੀਂ ਮਿਲੀ, ਕੌਣ ਜ਼ਿੰਮੇਵਾਰ ਹੈ? ਸਾਡੀਆਂ ਧੀਆਂ ਆਏ ਦਿਨ ਬੇਪਤ ਹੋ ਰਹੀਆਂ ਨੇ, ਕਿਹਦੀ ਜ਼ਿੰਮੇਵਾਰੀ ਸੀ ਉਹਨਾਂ ਨੂੰ ਸੇਫ ਕਰਨਾ?
ਸਾਡੇ ਬੱਚਿਆਂ ਨੂੰ ਵਰਗਲਾਇਆ ਜਾ ਰਿਹਾ ਹੈ, ਗੁੰਮਰਾਹ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਨਸ਼ਾ ਦੇ ਕੇ ਮਾਰਿਆ ਜਾ ਰਿਹਾ ਹੈ। ਕਿਹਦੀ ਜ਼ਿੰਮੇਵਾਰੀ ਹੈ? ਅਸੀਂ ਸਰਬਤ ਦਾ ਭਲਾ ਮੰਗੀ ਗਏ। ਸਰਬਤ ਦੇ ਭਲੇ ਵਾਸਤੇ ਜੀ ਕੀਰਤਨ ਦਰਬਾਰ ਹੋ ਰਿਹਾ ਹੈ, ਸਰਬਤ ਦੇ ਭਲੇ ਵਾਸਤੇ ਜੀ ਬਹੁਤ ਵੱਡਾ ਇਕੱਠ ਹੋ ਰਿਹਾ ਹੈ। ਉਹ ਭਲੇ ਉਹ ਇਕੱਠ ਹੀ ਕਰਦੇ ਰਹਿ ਜਾਈਏ, ਖਰਚਾ ਹੀ ਕਰਦੇ ਰਹਿ ਜਾਈਏ। ਜਦ ਕੁਝ ਗੰਭੀਰ ਹੋਵਾਂਗੇ, ਕੌਮ ਬਾਰੇ ਕੁਝ ਸੋਚਾਂਗੇ, ਮਾਫ ਕਰਿਓ ਅੱਜ ਕੌਮ ਨਤੀਜਾ ਮੰਗਦੀ ਹੈ, ਆਊਟਪੁੱਟ ਦਿਖਾਈਏ। ਜਿਤਨਾ ਕੰਮ ਪਿੱਛੇ ਕਰ ਲਿਆ ਉਹਦਾ ਨਤੀਜਾ ਦਿਖਾਓ। ਅੱਜ ਨਤੀਜੇ ਦੀ ਥਾਂ ਤੇ ਅਸੀਂ ਬੈਕ ਹੀ ਆਏ ਆ। ਗਾਂ ਨਹੀਂ ਜੇ ਤੁਰ ਸਕੇ, ਭਲੇਖੇ ਚ ਨਾ ਰਹੀਏ, ਗਾਂ ਨਹੀਂ ਤੁਰੇ। ਬਹੁਤ ਕੀਰਤਨ ਦਰਬਾਰ, ਨਗਰ ਕੀਰਤਨ, ਪ੍ਰਭਾਤ ਫੇਰੀਆਂ, ਲੰਗਰ, ਬਹੁਤ ਜਲਸੇ ਕੱਢੇ, ਪਰ ਗਿਣੋਗਾ ਕਿਤਨੇ ਕੁ ਕਦਮ ਗਾਂ ਵਧੇ ਆ ਆਪਾਂ? ਕੋਈ ਗਿਣਤੀ ਹੈ ਕਦਮਾਂ ਦੀ? ਪਿਛਾਂ ਆਏ ਆ, ਬਹੁਤ ਕੁਝ ਗਵਾ ਬੈਠੇ ਆ, ਗਵਾਚ ਜਾਣਾ ਹੈ। ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੋਲ ਬੈਠ ਕੇ ਗੱਲਾਂ ਸਮਝਾਈਆਂ ਸਨ, ਕੋਲ ਬੈਠ ਕੇ ਸਬਕ ਦਿੱਤਾ ਹੈ। ਇਹ ਸਤਿਗੁਰੂ ਪਾਤਸ਼ਾਹ ਨੇ ਸਿਲੇਬਸ ਦਿੱਤਾ ਹੈ। ਇਮਤਿਹਾਨ ਹੁੰਦਾ, ਖਰੇ ਉਤਰਿਆ ਕਰੀਏ। ਆਪਣੇ ਪਹਿਲਾਂ ਘੱਟੋ ਘੱਟ ਸਿੱਖ ਪਰਿਵਾਰ ਵੱਲ ਨਿਗਾਹ ਮਾਰ ਕੇ ਵੇਖੀਏ, ਕਿਹੜਾ ਕਿਹੜਾ ਬੇਪਤ ਹੋ ਰਿਹਾ, ਕਿਹਨੂੰ ਕਿਹੜੀ ਚੀਜ਼ ਦੀ ਲੋੜ ਹੈ। ਸਰਬੱਤ ਤੇ ਬਹੁਤ ਵੱਡਾ ਫਲਸਫਾ ਹੈ, ਸਰਬੱਤ ਤੇ ਬਹੁਤ ਵੱਡਾ ਹੈ। ਸਰਬੱਤ ਤੱਕ ਤੇ ਬਾਅਦ ਚ ਪਹੁੰਚ ਹੋਏਗੀ, ਪਹਿਲਾਂ ਘਰ ਘਰ ਨੂੰ ਤਾਂ ਦੇਖ ਲਈਏ। ਘਰ ਵਿੱਚ ਰੋਂਦਿਆਂ ਹੋਵੇ, ਕੁਰਲਾਉਂਦੇ ਹੋਣ, ਚੀਸਾਂ ਤੇ ਧਾਵਾਂ ਦੀਆਂ ਆਵਾਜ਼ਾਂ ਆਉਂਦੀਆਂ ਹੋਣ, ਅਸੀਂ ਸਮਾਜ ਦੇ ਭਲੇ ਦੀ ਜਾਚਨਾ ਕਰ ਰਹੇ ਹਾਂ। ਕਰੋ, ਕੋਈ ਹਰਜ ਨਹੀਂ। ਸਿੱਖ ਕੋਈ ਹੈ ਜਿਹੜਾ ਦੁਨੀਆ ਦੇ ਭਲੇ ਦੀ ਮੰਗ 2 ਵਕਤ ਕਰਦਾ ਹੈ, ਕਰੇ, ਪਰ ਤੁਰਨਾ ਪਏਗਾ, ਤੁਰਨਾ ਪਏਗਾ ਕਿ ਸਤਿਗੁਰੂ ਮੇਰੇ ਸਿਰ ਤੇ ਹੱਥ ਧਰ, ਮੈਂ ਵੀ ਕਿਤੇ ਹਿੱਸਾ ਪਾ ਸਕਾਂ। ਖੈਰ, ਮੈਂ ਬੇਨਤੀ ਕਰ ਰਿਹਾ ਸਾਂ, ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਇਨ੍ਹਾਂ ਆਪਣਾ ਵਿਕਾਰਾਂ ਤੋਂ ਕੱਢਣ ਵਾਸਤੇ ਸਾਨੂੰ ਨਾਮ ਸਿਮਰਨ ਦਿੱਤਾ, ਸਾਨੂੰ ਬਾਣੀ ਵਿੱਚ ਗੁਣ ਗਿਆਨ ਦਿੱਤੇ, ਪ੍ਰਭੂ ਮਾਲਕ ਦੀ ਬੰਦਗੀ, ਉਹਦਾ ਹੁਕਮ ਵਿੱਚ ਰਹਿਣ ਦੀ ਜੀਵਨ ਜਾਚ ਦਿੱਤੀ। ਜੇ ਸਾਡੇ ਪੱਲੇ ਹੁੰਦੀ, ਅੱਜ ਮਾਫ ਕਰਿਓ, ਜੋ ਕੁਝ ਦ੍ਰਿਸ਼ ਨਜ਼ਰ ਆ ਰਿਹਾ, ਜੋ ਤਸਵੀਰ ਬਣ ਚੁੱਕੀ ਹੈ ਪੰਥ ਦੀ, ਇਹ ਨਹੀਂ ਸੀ ਬਣਨੀ, ਇਹ ਨਹੀਂ ਸੀ ਬਣਨੀ। ਸਾਹ ਅੰਦਰ ਲੈ ਕੇ ਬਾਹਰ ਛੱਡ ਲੈਣ ਨੂੰ ਸਿਮਰਨ ਥੋੜਾ ਕਿਹਾ ਜਾਂਦਾ ਹੈ। ਸਿਰ ਹਿਲਾ ਲੈਣਾ, ਪੈਰ ਹਿਲਾ ਲੈਣ ਨੂੰ ਨਾਮ ਸਿਮਰਨ ਥੋੜਾ ਕਿਹਾ ਜਾਂਦਾ ਹੈ। ਇਹ ਜਿਤਨੇ ਮਰਜ਼ੀ ਹਿਲਾਈ ਜਾਈਏ ਬੈਠ ਕੇ, ਇਹਨਾਂ ਨਾਲ ਫਰਕ ਨਹੀਂ ਜਿਸ ਕਦੀ ਸਮਾਜ 'ਚ ਪੈਂਦਾ। ਸਮਾਜ 'ਚ ਫਰਕ ਉਹਨਾਂ ਲੋਕਾਂ ਨੇ ਪਾਇਆ ਜਿਨ੍ਹਾਂ ਨੇ ਪ੍ਰੈਕਟੀਕਲ ਕੁਝ ਕੀਤਾ ਹੈ, ਜਿਨ੍ਹਾਂ ਨੇ ਬਾਣੀ ਨੂੰ ਜੀਵਨ ਦਾ ਹਿੱਸਾ ਬਣਾਇਆ, ਇੱਕ ਇੱਕ ਅੱਖਰ ਜੀਵਨ 'ਚ ਉਤਾਰਿਆ। ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਰਵੋਤਮਤਾ ਦੇ ਕੇ ਆਪਣੇ ਜੀਵਨ ਦੀ ਜ਼ਿੰਮੇਵਾਰੀ, ਆਪਣੇ ਜੀਵਨ ਦਾ ਫਰਜ਼ ਨਿਭਾਉਣ ਵਾਲੇ ਬੰਨੇ ਤੁਰੇ ਨੇ। ਬੈਠੇ ਬਿਠਾਇਆ ਕੌਮ ਦੇ ਭਲੇ ਨਹੀਂ ਹੋ ਸਕਦੇ। ਕਹੀ ਜਾਈਏ ਕਿ ਤੇਰੇ ਭਾਣੇ ਸਰਬਤ ਦਾ ਭਲਾ, ਜਾਂ ਪੰਥ ਕੀ ਜੀਸ ਰਾਜ ਕਰੇਗਾ ਖਾਲਸਾ, ਕਹਿਣਾ ਕਿਹੜਾ ਔਖਾ ਕੰਮ ਹੈ, ਕਹਿ ਸਕਦੇ ਹਾਂ, ਪਰ ਕਰਨਾ ਪੈਣਾ ਹੈ, ਤੁਰਨਾ ਪਏਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਇਸ ਵਰਗ ਨੂੰ ਆਵਾਜ਼ ਮਾਰੀ ਹੈ। ਪਾਤਸ਼ਾਹ ਕਹਿੰਦੇ ਗੱਲਾਂ ਨਾਲ ਨਾ ਸਾਰ ਨਹੀਂ, ਗੱਲੀ ਬਾਤੀ ਪੜਿਆ ਨਾ ਪ੍ਰਭੂ ਮਿਲਿਆ ਨਾ ਰੱਬ ਮਿਲਣਾ ਹੈ, ਨਾ ਪੜਿਆ ਕਿਤੇ ਗੁਰੂ ਦੀ ਕਿਰਪਾ ਤੇ ਰਹਿਮਤ ਦਾ ਪਾਤਰ ਬਣ ਸਕੇਗਾ। ਰਹਾਉ ਦੇ ਬੰਦ ਵਿੱਚ ਪਾਤਸ਼ਾਹ ਕਹਿੰਦੇ ਨੇ, ਮਤ ਜਾਣ ਸ਼ਾਇ ਗੱਲੀ ਪਾਇਆ, ਮਤ ਜਾਣ, ਮਤ ਸਮਝ, ਮਤ ਭੁਲੇਖੇ 'ਚ ਰਹਿ। ਸ਼ਾਹ ਗੱਲੀ ਪਾਇਆ, ਰੱਬ ਗੱਲਾਂ ਨਾਲ ਮਿਲ ਜਾਂਦਾ ਹੈ, ਰੱਬ ਗੱਲੀ ਬਾਤੀ ਮੰਨਦਾ ਹੈ। ਮਤ ਜਾਣ ਸ਼ਾਹ ਗੱਲੀ ਪਾਇਆ, ਮਾਲ ਕੈ ਮਾਣੈ, ਲੋਕਾਂ ਦਾ ਖੋ ਖੋ ਕੇ ਇਕੱਠਾ ਕੀਤਾ ਤੇ ਇਹਦੇ ਤੇ ਬਹਿ ਕੇ ਤੂੰ ਮਾਣ ਕਰਦਾ ਹੈ। ਮਾਲ ਕੈ ਮਾਣੈ ਰੂਪ ਕੀ ਸ਼ੋਭਾ। ਇੱਕ ਬੰਨੇ ਪਾਤਸ਼ਾਹ ਕਹਿੰਦੇ ਨੇ ਤੇਰਾ ਜੀਵਨ ਇੱਥੇ ਖੜਿਆ ਹੋਇਆ, ਇੱਕ ਬੰਨੇ ਜੀਵਨ ਕਿੱਥੇ ਖੜਿਆ, ਲੋਕਾਂ ਤੋਂ ਖੋੜ ਦੀ ਬਿਰਤੀ ਹੈ, ਤੇ ਸੁੰਦਰਤਾ ਵਾਲੇ ਬੰਨੇ ਕੇਵਲ ਧਿਆਨ ਦੇ ਹੀ ਰੱਖਦਾ ਹੈ। ਕਾਮਾ ਬਿਰਤੀ ਹੈ, ਕਾਮਾਤੁਰ ਹੋ ਕੇ, ਵਿਕਾਰੀ ਹੋ ਕੇ ਤੁਰਿਆ ਜੀਵਨ ਇਹ ਹੈ, ਤੇ ਗੱਲਾਂ ਰੱਬ ਦੀਆਂ ਕਰਦਾ ਹੈ। ਆ 2 ਗੱਲਾਂ ਦਾ ਧਿਆਨ ਰੱਖੀਏ, ਗੱਲਾਂ ਰੱਬ ਦੀਆਂ ਕਰਦਾ, ਜੀਵਨ ਕੁਝ ਹੋਰ ਬੋਲ ਰਿਹਾ। ਧਰਮ ਉਹ ਹੈ ਜਿਹੜਾ ਜੀਵਨ ਬਦਲੇ, ਧਰਮ ਉਹ ਹੈ ਜਿਹੜਾ ਜੀਵਨ ਦੇ ਕਰਮ ਵਿਹਾਰ ਬਦਲੇ। ਧਰਮ ਉਹ ਕੰਮ ਸਮਾਜ ਦੇ ਆਉਂਦਾ ਜਿਹੜਾ ਸੋਚ ਵਿੱਚ ਤਬਦੀਲੀ ਲਿਆਉਂਦਾ ਹੈ। ਧਰਮ ਉਹ ਨਹੀਂ ਜਿਹੜਾ ਰਸਮਾਂ ਰਿਵਾਜਾਂ ਤੇ ਖੜਾ ਰਹੇ। ਧਰਮ ਉਹ ਨਹੀਂ ਜਿਹੜਾ ਰੀਤੀਆਂ ਨੂੰ ਪੂਰੀਆਂ ਕਰਦਾ ਰਹੇ ਤੇ ਸਾਡਾ ਜੀਵਨ ਕੁਝ ਹੋਰ ਹੋਵੇ, ਧਰਮ ਦਾ ਕਾਜ ਕੁਝ ਹੋਰ ਕੀਤਾ ਜਾ ਰਿਹਾ ਹੋਵੇ। ਕਿਤਨੀ ਹੈਰਾਨਗੀ ਹੁੰਦੀ ਹੈ ਸਮਾਜ ਨੂੰ। ਇਹ ਸਮਾਜ ਨੂੰ ਦੇਖ ਕੇ ਹੈਰਾਨਗੀ ਦੀ ਗੱਲ ਨਹੀਂ। ਸਵੇਰੇ ਉਹ ਬੰਦਾ ਵੀ ਮੱਥਾ ਟੇਕ ਜਾਂਦਾ ਜਿਹੜਾ ਪੀਣ ਤੋਂ ਬਗੈਰ ਰਾਤ ਸੌਂਦਾ ਨਹੀਂ। ਮੱਥਾ ਤੇ ਉਹ ਵੀ ਟੇਕ ਗਿਆ ਸਵੇਰੇ ਜਿਹੜਾ ਕਹਿੰਦਾ ਪੀਣ ਤੋਂ ਬਗੈਰ ਨੀਂਦ ਥੋੜਾ ਹੋਣੀ। ਕਰਮ ਕੁਝ ਹੋਰ ਹੈ, ਧਰਮ ਕੁਝ ਹੋਰ ਕਮਾਇਆ ਜਾ ਰਿਹਾ।
ਜੀਵਨ ਤੇ ਨਹੀਂ ਉਤਰਿਆ। ਉਹ ਵੀ ਭੈਣਾਂ ਬੀਬੀਆਂ ਆਪਣਾ ਧਰਮ ਨਿਭਾ ਗਈਆਂ, ਜਿਨ੍ਹਾਂ ਨੇ ਸੁਖਮਨੀ ਦੇ ਪਾਠ ਗਿਣਤੀ ਦੇ 40 ਵੀ ਕਰ ਲਏ, ਪਰ ਜਦੋਂ ਕਰਵਾ ਚੌਥ ਦਾ ਵਰਤ ਹੁੰਦਾ ਉਦੋਂ ਪਤਾ ਲੱਗਦਾ ਕਿ ਸਾਡਾ ਧਰਮ ਕਿੱਥੇ ਖੜਾ ਹੈ, ਸਾਡਾ ਪ੍ਰੈਕਟੀਕਲ ਕਿੱਥੇ ਖੜਾ ਹੈ। ਅਸੀਂ ਵਰਤਾਂ ਨੂੰ ਰੱਖ ਕੇ ਗੁਰੂ ਨੂੰ ਟੀਚਰਾਂ ਕਰ ਜਾਈਏ, ਔਰ ਮਾਫ ਕਰਿਓ ਅਸੀਂ ਧਰਮ ਦੇ ਕੇਵਲ ਭਰਮ ਪਾ ਕੇ ਬਹਿ ਜਾਈਏ। ਜੀਵਨ 'ਚ ਧਰਮ ਆਉਣ ਦੀ ਲੋੜ ਸੀ। ਜੀਵਨ ਬਦਲੇ, ਸੋਚ ਬਦਲੇ। ਸੋਚ ਨਹੀਂ ਬਦਲੀ ਗਈ, ਰੀਤੀ ਰਿਵਾਜ ਪੂਰੀਆਂ ਕਰ ਦਿੱਤੀਆਂ ਗਈਆਂ ਜੀ ਅਸੀਂ ਆਪਣਾ ਧਰਮ ਕਰਮ ਕਮਾਇਆ ਆਏ ਹਾਂ, ਅਸੀਂ ਰਸਮ ਰਿਵਾਜ ਪੂਰੇ ਕਰ ਆਏ ਹਾਂ। ਤੇ ਪਾਤਸ਼ਾਹ ਨੇ ਪਹਿਲੇ ਬੰਦ ਵਿੱਚ ਸਾਨੂੰ ਬੜਾ ਪਿਆਰਾ ਖਿਆਲ ਦਿੱਤਾ ਹੈ। ਗੁਰੂ ਕਹਿੰਦੇ ਆ ਜੇ ਜੀਵਨ 'ਚ ਧਰਮ ਕਮਾਉਣਾ ਹੈ ਤੇ ਗੱਲੀ ਬਾਤੀ ਛੱਡ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਆਚਾਰ ਕਰਕੇ ਬੁਰੇ ਬਣੇ ਪਏ ਆ, ਗੱਲਾਂ ਨਾਲ ਬਹੁਤ ਚੰਗੇ ਹਾਂ। ਗੱਲਾਂ ਤਾਂ ਮੇਰੇ ਵਰਗਿਆ ਵੀ ਕਰ ਜਾਏਗਾ, ਬਹੁਤ ਵਧੀਆ ਗੱਲਾਂ ਅਸੀਂ ਧਰਮ ਦੀ ਦੁਨੀਆ 'ਚ ਕਰ ਜਾਾਂਗੇ। ਆਚਾਰ ਕਿੱਥੇ ਖੜਾ ਹੈ, ਸਾਡਾ ਕਰੈਕਟਰ ਕਿੱਥੇ ਖੜਾ ਹੈ, ਸਾਡਾ ਆਚਰਣ ਕੀ ਬੋਲਦਾ ਹੈ, ਸਾਡਾ ਕਿਰਦਾਰ, ਸਾਡਾ ਆਚਾਰ ਵਿਹਾਰ ਕੀ ਕਹਿੰਦਾ ਹੈ, ਇਹ ਸਮਾਜ ਨੋਟ ਕਰਦਾ ਹੈ, ਸਮਾਜ ਦੇਖਦਾ ਹੈ। ਉਹ ਮਹਿਸੂਸ ਸਮਾਜ ਕਰਦਾ ਹੈ ਕਿ ਇਹ ਲੋਕ ਧਰਮ ਦੀ ਬਾਤ ਤਾਂ ਪਾਉਂਦੇ ਨੇ, ਧਰਮ ਦੀ ਗੱਲ ਤਾਂ ਕਰਦੇ ਨੇ, ਪਰ ਇਹਨਾਂ ਦੇ ਕਾਰ ਵਿਹਾਰ ਦੇ ਵਿੱਚ ਧਰਮ ਕਿਤੇ ਨਹੀਂ ਹੈ। ਕਾਰ ਵਿਹਾਰ 'ਚ ਧਰਮ ਆਉਣਾ ਚਾਹੀਦਾ ਸੀ। ਉਹ ਪ੍ਰਭਾਵਿਤ ਹੁੰਦੀ ਹੈ ਦੁਨੀਆ ਜਦੋਂ ਸਾਡਾ ਕੋਈ ਪ੍ਰੈਕਟੀਕਲ ਭਰਮ ਵੇਖਦਾ ਨਾ। ਉਦੋਂ ਮੈਂ ਇੱਕ ਤੁਹਾਨੂੰ ਬੇਨਤੀ ਕਰਾਂ, ਬੁਰਾ ਨਾ ਮੰਨਿਓ, ਟੀਚਰ ਨੂੰ ਉਦੋਂ ਲਾਹਨਤਾਂ ਸਮਾਜ ਪਾਉਂਦਾ ਜਦੋਂ ਉਹਦਾ ਪੜਾਇਆ ਹੋਇਆ ਬੱਚਾ ਫੇਲ ਹੋ ਜਾਏ। ਉਸ ਟੀਚਰ ਨੂੰ ਲੋਕ ਲਾਹਨਤਾਂ ਪਾਉਣ ਲੱਗ ਪੈਂਦੇ ਨੇ, ਉਸ ਮੁਰਸ਼ਿਦ ਨੂੰ ਲੋਕ ਮਾੜਾ ਕਹਿੰਦੇ ਨੇ ਜਿਹਦੇ ਟੀਚਰ ਨੂੰ ਰੁਲਦਾ ਹੋਇਆ, ਉਸ ਬੱਚੇ ਨੂੰ ਰੁਲਦਾ ਹੋਇਆ ਸਮਾਜ ਵੇਖਦਾ ਹੈ। ਕੀ ਪੜਾਇਆ ਇਹਨੂੰ, ਫੀਸਾਂ ਵੀ ਲੈ ਲਈਆਂ, ਸਮਾਂ ਵੀ ਲੈ ਲਿਆ, ਇਹ ਤਾਂ ਬੱਚਾ ਫੇਲ ਹੁੰਦਾ ਰਿਹਾ, ਇੱਕ ਕਦਮ ਤੇ ਫੇਲ ਹੋ ਰਿਹਾ। ਉਸ ਟੀਚਰ ਨੂੰ, ਮੁਰਸ਼ਿਦ ਨੂੰ ਲੋਕ ਉਲਾਮਾ ਦਿੰਦੇ ਨੇ। ਤੇ ਭਗਤ ਕਬੀਰ ਜੀ ਕਹਿੰਦੇ ਨੇ, ਸਿਖਾ ਜੀਵਨ ਵਿੱਚ ਪੜਿਆ ਜੇ ਕਰਮ ਕਾਂਡ ਵਹਿਮ ਭਰਮ ਪਖੰਡ ਕੀਤੇ, ਤੇ ਪੜਿਆ ਤੇਰੇ ਤੋਂ ਪਹਿਲਾਂ ਤੇਰੇ ਮੁਰਸ਼ਿਦ ਲੋ ਉਂਗਲ ਉੱਠ ਜਾਣੀ ਹੈ, ਤੇਰੇ ਮੁਰਸ਼ਿਦ ਦੇ ਲੋਕਾਂ ਨੇ ਉਂਗਲ ਚੁੱਕ ਦੇਣੀ ਹੈ। ਮਾਏ ਮੁੰਡੋ ਤੈ ਗੁਰੂ ਕੀ ਜਾਤੇ ਭਰਮ ਨ ਜਾਏ। ਜਿਸ ਗੁਰੂ ਦੇ ਹੁੰਦਿਆਂ ਤੇਰੇ ਜੀਵਨ ਚੋਂ ਭਰਮ ਹੀ ਨਹੀਂ ਗਿਆ, ਕੀ ਦਿੱਤਾ ਫਿਰ ਤੇਰੇ ਗੁਰੂ ਨੇ ਤੈਨੂੰ, ਕੀ ਸਿਖਾਇਆ ਤੇਰੇ ਮੁਰਸ਼ਿਦ ਨੇ ਤੈਨੂੰ। ਉਹ ਪੜਿਆ ਇੱਥੇ ਤੇ ਸਿੱਖਾਂ ਦੇ ਜੀਵਨ ਆਚਰਣ ਕਿਰਦਾਰ ਵੇਖ ਕੇ ਕਾਜ਼ੀ ਨੂਰ ਮੁਹੰਮਦ ਨੂੰ ਅਫਗਾਨੀਏ ਪੁੱਛਦੇ ਸਨ, ਦੱਸੋਗੇ ਲੋਕ ਪੰਜਾਬ ਦੀ ਧਰਤੀ ਤੇ ਵਸਣ ਵਾਲੇ ਕੌਣ ਨੇ? ਇਹ ਜਿਹੜੇ ਹਿੰਦੁਸਤਾਨ ਦੇ ਵਿੱਚੋਂ ਦੀ ਜਿਹੜੇ ਲੁੱਟ ਕਰਕੇ ਹਮਲਾਵਰ ਬਣ ਕੇ ਲੁੱਟਣਾ ਚਾਹੁੰਦੇ ਨੇ, ਉਹਨਾਂ ਨੂੰ ਰੋਕਣ ਵਾਲੇ, ਮੁਕਾਬਲੇ ਕਰਨ ਵਾਲੇ ਹੈ ਕੌਣ ਨੇ? ਤੇ ਵੇਖਿਓ ਮੁਰਸ਼ਿਦ ਵਾਲੇ ਬੰਨੇ ਕਾਜ਼ੀ ਨੂਰ ਮੁਹੰਮਦ ਨੇ ਇਸ਼ਾਰਾ ਕਰਕੇ ਆਖਿਆ, ਕਹਿੰਦਾ ਤੁਹਾਨੂੰ ਦੱਸਾਂ ਇਹਨਾਂ ਦਾ ਗੁਰੂ ਕੌਣ ਹੈ? ਕਹਿੰਦਾ ਮੁਰਸ਼ਿਦ ਇਨਕਾ ਵਲੀ ਭਇਓ ਹੈ। ਇਹਨਾਂ ਦਾ ਗੁਰੂ ਬੜਾ ਮਹਾਨ ਹੈ, ਇਹਨਾਂ ਦਾ ਗੁਰੂ ਬੜਾ ਮਹਾਨ ਹੈ। ਮੁਰਸ਼ਿਦ ਇਨਕਾ ਵਲੀ ਭਇਓ ਹੈ, ਆਪ ਹਯਾਤ ਇਨੇ ਦਇਓ ਹੈ। ਇਹ ਮਰਨ ਕਿਦਾਂ, ਇਹ ਮਰ ਸਕਦੀ ਹੈ ਕੌਣ ਭਲਾ? ਜਿਨ੍ਹਾਂ ਦੇ ਗੁਰੂ ਨੇ ਪਿਆਇਆ ਹੀ ਅੰਮ੍ਰਿਤ ਗਿਆ। ਇਹਨਾਂ ਨੂੰ ਗਿਆਨ ਦਾ ਅੰਮ੍ਰਿਤ, ਗੁਣਾਂ ਦਾ ਅੰਮ੍ਰਿਤ, ਸੱਚ ਦਾ ਅੰਮ੍ਰਿਤ, ਇਨਸਾਨੀਅਤ ਦਾ ਅੰਮ੍ਰਿਤ, ਇਹ ਜਿਹੜੀ ਕੌਮ ਨੂੰ ਪਿਆਇਆ ਗਿਆ ਮਰਿਆ ਮਰਦੀ ਹੈ ਕਿਤੇ। ਮੁਰਸ਼ਿਦ ਇਨਕਾ ਵਲੀ ਭਇਓ ਹੈ, ਆਪ ਹਯਾਤ ਇਨੇ ਦਇਓ ਹੈ, ਕਾਣ ਨਾ ਕਾਹੂ ਕੀਏ ਰਾਖਤ। ਇਹ ਡਰਦੇ ਕਿਸੇ ਕੋਲੋਂ ਨਹੀਂ, ਇਹ ਸਿਰ ਨਹੀਂ ਝੁਕਾਉਂਦੇ, ਇਹ ਕਦੀ ਕਿਸੇ ਅੱਗੇ ਆਪਣਾ ਸੀਸ ਨਹੀਂ ਲਗਾਉਂਦੇ। ਅੱਜ ਕਿਤੇ ਕਾਜ਼ੀ ਨੂਰ ਮੁਹੰਮਦ ਆ ਕੇ ਵੇਖੇ, ਇਹ ਤਾਂ ਪੱਗਾਂ ਵਾਲੇ ਕਬਰਾਂ ਅੱਗੇ ਮੱਥਾ ਟੇਕੀ ਫਿਰਦੇ ਨੇ। ਇਹ ਤੇ ਮਰੇ ਹੋਏ ਲੋਕ ਮੁਰਦਿਆਂ ਨੂੰ ਆ ਕੇ ਸਿਰ ਨਵਾਉਂਦੇ ਫਿਰਦੇ ਨੇ। ਉੱਥੇ ਜੀਂਦੇ ਜਾਗਦੇ ਬਾਦਸ਼ਾਹ ਨੂੰ ਚੈਲੰਜ ਕਰਨ ਵਾਲੇ ਸਿੱਖ ਸਨ। ਜੀਂਦੇ ਜਾਗਦੇ ਬਾਦਸ਼ਾਹ ਨੂੰ ਚੈਲੰਜ ਕਰਨ ਵਾਲੇ ਸਿੱਖਾਂ ਦੀ ਤਾਰੀਫ ਹੈ, ਸਾਡੀ ਨਹੀਂ। ਮਤ ਸੋਚੀ ਕਿਤੇ ਸਾਡੀ ਤਾਰੀਫ ਕਰ ਰਿਹਾ ਕਾਜ਼ੀ ਨੂਰ ਮੁਹੰਮਦ। ਅਸੀਂ ਤਾਂ ਦੁੱਕੀ ਤਿੱਕੀ ਦੇ ਬਾਬੇ ਅੱਗੇ ਪੈਰਾਂ ਅੱਗੇ ਮੱਥਾ ਟੇਕ ਦਿੰਦੇ ਆ, ਜਿਹੜੇ ਆਪਣੇ ਘਰ-ਬਾਰ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਸਮਾਜ ਤੇ ਬੋਝ ਬਣੇ ਹੋਣ। ਅਸੀਂ ਸਾਰਾ ਕੁਝ ਅਰਪਿਤ ਕਰਨ ਨੂੰ ਤਿਆਰ ਹੁੰਨੇ ਆ। ਸਾਡੀ ਤਾਂ ਪੱਗ ਉਹਨਾਂ ਅੱਗੇ ਚੁੱਕੀ ਹੁੰਦੀ ਹੈ। ਸਾਡੀਆਂ ਤਾਰੀਫਾਂ ਕਿੰਨੇ ਗਾਉਣੀਆਂ ਨੇ, ਸਾਡਾ ਸੋਹਣਾ ਕਿਹੜਾ ਇਤਿਹਾਸਕਾਰ ਗਾਏਗਾ। ਇੱਥੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਾਂਤਾਂ ਪਾ ਜਾਣਗੀਆਂ। ਉਹ ਪੜਿਓ, ਗੁਰੂ ਅੱਗੇ ਸਿਰ ਝੁਕਾਉਣ ਵਾਲਿਓ ਕਿੱਥੇ ਕਿੱਥੇ ਟੇਕਦੇ ਰਹੇ ਮੱਥੇ, ਕਿੱਥੇ ਕਿੱਥੇ ਸਿਰ ਝੁਕਾਉਂਦੇ ਰਹੇ। ਪੁੱਛੂਗਾ ਬਾਬਾ ਫਰੀਦ ਜੀ ਨੂੰ ਕਿੱਥੇ ਮੱਥਾ ਟੇਕਣਾ ਚਾਹੀਦਾ ਜੀ? ਜੋ ਸਿਰ ਸਾਈਂ ਨਾ ਨਿਵੈ, ਜਿਹੜਾ ਸਿਰ ਸਾਈਂ ਅੱਗੇ, ਰੱਬ ਅੱਗੇ, ਗੁਰੂ ਮਾਲਕ ਅੱਗੇ ਨਹੀਂ ਚੁੱਕਿਆ,
जो सिर साई नान वह सो सिर की जय काए। उस सिर का की करना चाहिए जी? कुन्ने हेठ जलाई है बालन संदे थाए। शेख फरीद जी कहते घर च जे चुल्हे च बालन पावे ना, अग बालन वास्ते, ते जे तेरा सिर भड़िया तेरे साईं रब गुरु दे अग्गेों किसे होर अगे जा टिकिया ते घर च चुल्हे विच बालन ना बाली, सिर पा देवी अपना। किहड़े काम दा? किहड़े काम दा सिर? कुन्ने हेठ जलाई है बालन संदे थाए। बालन दे थां बाल दे, किसे काम नहीं आने वाला फिर इसे। किसे अदीब ने कितना प्यारा लिखिया, हलूना दिता उन्हें, कहता जो जिस दर पर कोई सर ना झुके, कहता उसे दर नहीं कहते, पर जो सर हर दर पर झुके उसे सर नहीं कहते। जेड़ा सिर थां थां ते झुकदा फिरे, कादा सिर है भला? उस सिर कादा? जिस सिर ते ताज रखिया होवे उन्होंने तां घट्टो घट बापू दी तां लाज चाहिदी सी ना, उन्होंने बापू की तो परवाह करनी बनती सी ना। इसे करके भगत कबीर जी ने कह दिता, रे जी निलाजो, हे मेरे बेशरम मना, वो बापू का तो ख्याल कर। रे जी निलाजो लाज तो है नाही, हर तज कत कहूं के जाही, जाको ठाकुर ऊंचा होई, सो जना पर घर जात ना सोही, अपना मीत स्वामी गाय, आस नावर कहूं की जय, सुख दाता प्रभ ध्याय, तिसे त्याग आधा है ना, तिसे त्याग मानुख जैसे वो, ताला जुलोन होए जाइए, त्याग स्वामी आन को चितवत, मूड भुगत खल खरते, कागर नाम लंघे कत सागर, बिरथा कहत हम तरते। ये तो बिरथे दे दावे ने, भला कोई कागज दियां बेड़ियां बना के भी तरिया कभी? कागर नाम लंघे कत सागर, बिरथा कहत, व्यर्थ दे बोल ने। फलाने बाबा दी पूछ फड़ी है जी, असी तो लंघ जाएंगे। कागर नाम लंघे कत सागर, जे कागज ने आप गल जाना तेनू बन्ने ला देगा। जेड़ा कागज आप ही विच विचारे गल जाना जाके। बड़िया दी आस ही ना बाबियां ते, किन्नियां धीआं चढ़ाइयां डेरियां दे ते, चढ़ाउण लग्या नहीं पूछया किसे नूं। अज जदों पता लगा कि आसाराम वर्गे तां इत्थे बहुत पैदा हो चुके ने, इतना भरोसा धर्म की दुनिया च, इतना अकीदा, इतना विश्वास, अध विश्वास, अखां पट्टी बन के तुर पे। पता उदों लगा दास जिस वक्त लुधियाना कोर्स कर रहा सी, उस वक्त ना नूर महल डेरे दे विच एक धी जिदी मां लुधियाने दी, उन्हें आख्या जी मेरी बच्ची नूं मिलन भी नहीं दिता जाता, मेरी बच्ची मैं जदों मिलन जानी हां उन्होंने मिलन भी नहीं दिता जाता, उन्होंने नशे दे दे के गुलाम बनाता, घर भी नहीं आ सकती। उस वेले उस मां ने अखबार च आख्या कोई है हरी सिंह नलूआ, कौम च कोई हरी सिंह नलूआ है मेरी धी छड़ा सके? ते साडे प्रिंसीपल साहब ने जवाब दिता सी, हे माता हे भैणे, किहड़े हरी सिंह नलूए नूं पुछ के छड़ के आई सी? किहड़े हरी सिंह नलूए तू सलाह लई सी? तू किहड़े अकाली बूला सिंह कोलों विचार लैके डेरे छड़ के आई सी? अज करलाउणा पैना है। यही सबक है। ये जिहा बीजे सो लाउणे, ये नतीजा भोगना पेगा समाज को। जो कदम असीं पुट्टिया इहदा नतीजा सानू मिलना ही मिलना सी। इत्थे तां आपे बीज आपे ही खाओ। गुरु भली करे, गुरु बख्शिश करे कि इस कौम ते जिहड़े गुरुदेव पातशाह ने जीवन दे च धर्म होना चाहिए सी, उत्ते पातशाह ने आख्या अमल कर धरती, बीज शब्दों कर, सच की आब नित दे पानी, होए किसान उद्यमी बन किसान वर्गा, अपने कर्मां दी धरती दे विच अमल लैके आ, सच लैके आ, होए किसान ईमान जमाए लै, पिस्त दोजक मूड़े एम जानी, नरकां स्वर्गां दे झांसे चों निकल पड़िया। जीवन नूं वेख के ते नरक तां नहीं बनिया, जीवन नूं स्वर्ग बनाउण दा कुछ उपराला कर, यतन कर। ਇਹ ਤਾਂ ਜੀਵਨ ਦੇ ਐਬ ਜਿਹੜੇ ਚਿੱਕੜ ਦੀ ਨਿਆਈ ਨੇ, ਮਨ ਤੇ ਉੱਤੇ ਮਸਤ ਰਹਿਣਾ ਹੀ ਰਹਿਣਾ ਸੀ।
ਤੈਨੂੰ ਚਿੰਤਾ ਦੀ ਲੋੜ ਸੀ, ਤੈਨੂੰ ਫਿਕਰ ਕਰਨੀ ਚਾਹੀਦੀ ਸੀ, ਕਿਤੇ ਮੇਰਾ ਜੀਵਨ ਤਬਾਹ ਨਾ ਹੋ ਜਾਏ। ਸੋ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਰਹਿੰਦੇ ਸਮੇਂ ਦੇ ਵਿੱਚ ਜਿੱਥੇ ਆਪ ਜੀ ਨੇ ਇਤਨਾ ਪਿਆਰ ਬਖਸ਼ਿਸ਼ ਕੀਤਾ ਹੈ, ਗੁਰੂ ਦੀ ਗੋਦ ਵਿੱਚ ਬੈਠ ਕੇ ਜਿਤਨੇ ਵੀ ਜੀ, ਜਿਤਨੇ ਸਤ ਸੰਗਤ ਦੇ ਰੂਪ ਵਿੱਚ ਅਸੀਂ ਬੈਠ ਕੇ ਵਿਚਾਰਾ ਕਰ ਰਹੇ ਹਾਂ, ਪਾਤਸ਼ਾਹ ਭਲੀ ਕਰਨ, ਜੀਵਨ ਦੇ ਵਿੱਚ ਕਿਤੇ ਇਹ ਗੁਰਮਤਿ ਦੀਆਂ ਵਿਚਾਰਾਂ ਉਤਰਨ। ਰਹਿੰਦੇ ਸ਼ਬਦਾਂ ਨੂੰ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ। ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਕਰਦੇ ਹਾਂ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।